Hello students, welcome to the second part of writing course. Today we will discuss about essay structure. To be specific, we are going to talk about discussion essay. That is our very first type of essay and we will see its template as well. ਸੋ ਇਹ ਦੋ ਚੀਜ਼ਾਂ ਆਪਾਂ ਅੱਜ ਕਵਰ ਕਰਾਂਗੇ ਜਿਵੇਂ ਕਿ ਲਾਸਟ ਵੀਡੀਓ ਵਿੱਚ ਆਪਾਂ ਦੇਖਿਆ ਕਿ ਅਲੱਗ-ਅਲੱਗ ਤਰ੍ਹਾਂ ਦੇ ਐਸੇਸ ਹੁੰਦੇ ਨੇ ਫਸਟ ਐਸੇ ਟਾਈਪ ਐਂਡ ਉਹਦੀ ਟੈਂਪਲੇਟ ਸੋ ਫਸਟ ਥਿੰਗ ਇਜ਼ ਆਪਾਂ ਸਟਾਰਟ ਕਰਦੇ ਹਾਂ ਬਿਲਕੁਲ ਬੇਸਿਕ ਤੋਂ that what is an essay ਇੱਕ essay ਹੁੰਦਾ ਕੀ ਹੈ ਠੀਕ ਹੈ so let's start from this topic and it is very important to understand this so an essay is actually it is a topic we have one topic right then we have any opinion on about that topic and then there is a proof part ਤਾਂ ਅਗਰ ਆਪਾਂ ਗੱਲ ਕਰੀਏ ਕਿ ਐਸੇ ਜਿੰਨਾ ਇਨਗਰੀਡੀਐਂਟਸ ਤੋਂ ਬਣਦਾ ਹੈ ਉਹ ਆ ਤਿੰਨ ਚੀਜ਼ਾਂ ਹੀ ਹੁੰਦੀਆਂ ਇਸ ਤੋਂ ਇਲਾਵਾ ਹੋਰ ਕੋਈ ਚੀਜ਼ ਨਹੀਂ ਹੁੰਦੀ ਲੈਟਸ ਸੀ ਥੀਸ ਇਨ ਡਿਟੇਲ ਅਗਰ ਆਪਾਂ ਟੌਪਿਕ ਦੀ ਗੱਲ ਕਰੀਏ ਇਟ ਇਜ਼ ਅ ਸਟੇਟਮੈਂਟ ਇਹ ਤੁਹਾਨੂੰ ਜੋ ਦਿੱਤੀ ਜਾਂਦੀ ਹੈ ਕਿ ਤੁਸੀਂ ਕਿਸ ਚੀਜ਼ ਦੇ ਉੱਪਰ ਲਿਖਣਾ ਰਾਈਟ ਦੈਨ ਤੁਹਾਡਾ ਓਪੀਨੀਅਨ ਕਿ ਤੁਸੀਂ ਐਗਰੀ ਕਰਦੇ ਹੋ ਡਿਸਐਗਰੀ ਕਰਦੇ ਹੋ ਜਾਂ ਤੁਹਾਡਾ ਕਿਹੜਾ ਵਿਊ ਹੈ ਤੁਸੀਂ ਕਿਹੜੀ ਸਾਈਡ ਤੇ ਹੋ ਰਾਈਟ ਐਂਡ ਦੈਨ ਇਜ਼ ਯੂਰ ਪ੍ਰੂਫ ਪਾਰਟ ਥੀਸ ਆਰ ਯੂਰ ਆਈਡੀਆਜ਼ ਕਿ ਤੁਸੀਂ ਕੋਈ ਸਟੇਟਮੈਂਟ ਦੇਖੀ ਉਹਦੇ ਅਕੋਰਡਿੰਗ ਤੁਸੀਂ ਆਪਣਾ ਇੱਕ ਮਨ ਬਣਾਇਆ ਕਿ ਮੈਂ ਇਸ ਸਾਈਡ ਤੇ ਹਾਂ ਮੈਂ ਐਗਰੀ ਕਰਦਾ ਜਾਂ ਮੈਂ ਡਿਸਐਗਰੀ ਕਰਦਾ ਦੈਨ ਤੁਸੀਂ ਉਹਨੂੰ ਪ੍ਰੂਵ ਕਰਨ ਦੇ ਲਈ ਕਿ ਮੈਂ ਇਹਦੇ ਨਾਲ ਕਿਉਂ ਐਗਰੀ ਕਰਦਾ ਜਾਂ ਕਿਉਂ ਡਿਸਐਗਰੀ ਕਰਦਾ ਤੁਸੀਂ ਆਪਣੇ ਆਈਡੀਆਜ਼ ਲੈ ਕੇ ਆਉਂਦੇ ਦੈਟ ਇਜ਼ ਦਾ ਪ੍ਰੂਫ ਪਾਰਟ ਤਾਂ ਇਹ ਤਿੰਨ ਚੀਜ਼ਾਂ ਹੁੰਦੀਆਂ ਨੇ ਠੀਕ ਹੈ ਇਫ ਥੀਸ ਆਰ ਵੈਲ ਸਟਰਕਚਰਡ ਤੁਸੀਂ ਇਹਨਾਂ ਨੂੰ ਬਹੁਤ ਵਧੀਆ ਤਰੀਕੇ ਨਾਲ ਕਰਦੇ ਹੋ ਤਿੰਨਾਂ ਚੀਜ਼ਾਂ ਨੂੰ ਤਾਂ ਤੁਸੀਂ ਇੱਕ ਵਧੀਆ ਐਸੇ ਲਿਖਦੇ ਹੋ ਰਾਈਟ ਇਫ ਨਾਟ ਦੈਨ ਇਟ ਵੁੱਡ ਬੀ ਅ ਬੈਡ ਐਸੇ but it still would be it would still be an essay ਇਹ ਫਿਰ ਵੀ ਇੱਕ ਐਸੇ ਹੋਏਗਾ ਬੁਰਾ ਹੋਏ ਚਾਹੇ ਅੱਛਾ ਹੋਵੇ ਅਗਰ ਇਹ ਤਿੰਨ ਚੀਜ਼ਾਂ ਉਹਦੇ ਵਿੱਚ ਹੈਗੀਆਂ ਨੇ then it is an essay generally whenever we write IELTS essays they are written in a 4 paragraph structure so let's write this almost 99% ਜੋ essays ਨੇ ਉਹ 4 paragraph structure ਦੇ ਵਿੱਚ ਲਿਖੇ ਜਾਂਦੇ ਨੇ and what is that it starts from introduction and it ends with conclusion and remember there is one thing that is we have a word count of about 250 to 270 ਆਪਾਂ ਇਸ ਲਿਮਿਟ ਦੇ ਵਿੱਚ ਰਹਿ ਕੇ ਲਿਖਣਾ ਹੁੰਦਾ ਆਪਾਂ ਇਸ ਲਿਮਿਟ ਤੋਂ ਕਦੇ ਵੀ ਕ੍ਰਾਸ ਨਹੀਂ ਕਰਨਾ ਹੁੰਦਾ ਕੋਸ਼ਿਸ਼ ਨਹੀਂ ਕਰਨੀ ਬਟ ਵੈਸੇ ਇੱਕ ਅਲੱਗ ਵੀ ਇਨਸਟਰਕਸ਼ਨ ਹੈ ਆਇਲਸ ਵੱਲੋਂ ਕਿ ਅਗਰ ਤੁਹਾਡਾ ਐਸੇ ਉਹਦਾ ਕੰਟੈਂਟ ਬਹੁਤ ਜ਼ਿਆਦਾ ਵਧੀਆ ਹੈ ਤਾਂ ਉਹ 270 ਪਲੱਸ ਵੀ ਜਾ ਸਕਦਾ ਬਟ ਆਪਾਂ ਉਹ ਰਿਸਕ ਨਹੀਂ ਲੈਣਾ ਆਪਾਂ 90% ਕੇਸਿਸ ਦੀ ਗੱਲ ਕਰਦੇ ਹਾਂ ਕਿ ਇੰਟਰੋਡਕਸ਼ਨ ਜੋ ਹੈ it must be between 30 to 50 words and same goes for your conclusion right ਕਈ ਬੱਚੇ ਇੰਟਰੋਡਕਸ਼ਨ ਦੇ ਵਿੱਚ ਕੁਝ ਐਸੀਆਂ ਗਲਤੀਆਂ ਕਰਦੇ ਨੇ ਕਿ ਇੰਟਰੋਡਕਸ਼ਨ ਨੂੰ ਹੀ ਅਬਵ 70 ਜਾਂ 80 ਵਰਡਸ ਲੈ ਜਾਂਦੇ ਨੇ ਬਾਅਦ ਦੇ ਵਿੱਚ ਪ੍ਰੋਬਲਮ ਕੀ ਆਉਂਦੀ ਹੈ ਲੈਟਸ ਸੀ ਮੇਨ ਬੋਡੀ ਪੈਰਾਗ੍ਰਾਫ 1 ਮੇਨ ਬੋਡੀ ਪੈਰਾਗ੍ਰਾਫ 2 ਇਹ ਉਹ ਦੋ ਪਾਰਟ ਹੁੰਦੇ ਨੇ ਜਿੱਥੇ ਆਪਾਂ ਆਪਣੇ ਆਈਡੀਆਜ਼ ਦੇਣੇ ਹੁੰਦੇ ਨੇ ਰਾਈਟ ਆਪਾਂ ਗੱਲ ਕਰ ਰਹੇ ਹਾਂ ਆਪਣੇ ਓਪੀਨੀਅਨ ਦੀ ਜੋ ਇੰਟਰੋਡਕਸ਼ਨ ਚ ਆਉਂਦਾ ਦੈਨ ਪ੍ਰੂਫ ਪਾਰਟ ਇਹ ਵਾਲਾ ਹੁੰਦਾ ਜਿਹਦੇ ਵਿੱਚ ਆਪਾਂ ਆਪਣਾ ਪ੍ਰੂਫ ਦਿੰਦੇ ਹਾਂ ਕਿ ਜੋ ਮੈਂ ਪੋਜੀਸ਼ਨ ਰੱਖੀ ਹੈ ਠੀਕ ਹੈ ਉਹਨੂੰ ਮੈਂ ਹੁਣ ਕਿਵੇਂ ਪ੍ਰੂਵ ਕਰ ਸਕਦਾ ਮੈਂ ਕਿਉਂ ਕਹਿ ਰਿਹਾ ਕਿ ਮੇਰੀ ਇਹ ਪੋਜੀਸ਼ਨ ਹੈ ਮੈਂ ਇਹਦੇ ਨਾਲ ਐਗਰੀ ਕਰਦਾ ਤਾਂ ਮੈਂ ਕਿਉਂ ਕਰਦਾ ਤਾਂ ਅਗਰ ਤੁਸੀਂ ਐਂ ਕਰਦੇ ਹੋ ਤਾਂ ਤੁਸੀਂ ਇਸ ਜਗ੍ਹਾ ਤੇ 100 ਵਰਡਸ ਤੱਕ ਲਿਖ ਸਕਦੇ ਹੋ ਹੁਣ ਤੁਸੀਂ ਕਾਊਂਟ ਕਰਕੇ ਦੇਖ ਸਕਦੇ ਹੋ ਅਗਰ ਆਪਾਂ ਇਸ ਜਗ੍ਹਾ ਤੇ 30 ਰੱਖਦੇ ਹਾਂ ਐਂਡ ਲਾਸਟ ਵੀ 30 ਰੱਖਦੇ ਹਾਂ 100 plus 100 it becomes 260 ਠੀਕ ਹੈ ਬਟ ਜੇ ਤੁਸੀਂ ਇਸ ਜਗ੍ਹਾ ਦੇ ਉੱਪਰ ਹੀ 80 ਵਰਡਸ ਲਿਖ ਰਹੇ ਹੋ ਰਾਈਟ ਫਿਰ ਤੁਹਾਨੂੰ ਇਹਦੇ ਵਿੱਚ ਆਪਣਾ ਕੰਟੈਂਟ ਘਟਾਉਣਾ ਪੈਣਾ ਹਾਲਾਂਕਿ ਇਹ ਇੱਕ ਐਸੀ ਚੀਜ਼ ਹੈ ਜਿਹੜੀ ਆਪਣੀ ਐਸੇ ਦੀ ਪਰਫਾਰਮੈਂਸ ਲਈ ਬਹੁਤ ਇੰਪੋਰਟੈਂਟ ਹੈ ਕਈ ਵਾਰ ਆਪਾਂ ਫਲਫੀ ਲੈਂਗੁਏਜ ਯੂਜ਼ ਕਰਦੇ ਹਾਂ ਆਪਣਾ ਜੋ ਐਸੇ ਹੁੰਦਾ ਆਪਣੇ ਆਈਡੀਆਸ ਨੂੰ ਰੱਖਣਾ ਨਹੀਂ ਆ ਰਿਹਾ ਹੁੰਦਾ ਜਿਹਦੇ ਕਰਕੇ ਆਪਾਂ ਕਾਫੀ ਐਸੇ ਵਰਡਸ ਯੂਜ਼ ਕਰਦੇ ਹਾਂ ਵਿੱਚ ਆਪਣਾ ਸੈਂਟੈਂਸ ਬਹੁਤ ਲੈਂਥੀ ਹੋ ਜਾਂਦਾ ਰਾਈਟ ਕਈ ਵਾਰ 100 ਪਲੱਸ ਵੀ ਚਲਾ ਜਾਂਦਾ ਫਿਰ ਆਪਾਂ ਦੇਖਦੇ ਹਾਂ ਕਿ ਆਪਣੀ ਜਿਹੜੀ ਕਾਊਂਟ ਹੈ ਵਰਡ ਦੀ ਉਹ 280 ਪਲੱਸ ਹੋ ਗਈ 300 ਚਲੇਗੀ ਉਹਨੂੰ ਘਟਾਉਣ ਦੀ ਕੋਸ਼ਿਸ਼ ਕਰਦੇ ਹਾਂ ਉਹ ਕਰਨ ਦੇ ਆਪਾਂ ਜੋ ਵੀ ਪ੍ਰੋਸੈਸ ਦੇ ਵਿੱਚ ਆਪਾਂ ਕੀ ਕਰਦੇ ਹਾਂ ਕੁਝ ਐਸੇ ਸੈਂਟੈਂਸਸ ਨੂੰ ਵਿੱਚੋਂ ਰੱਬ ਕਰ ਦਿੰਦੇ ਹਾਂ ਡਿਲੀਟ ਕਰ ਦਿੰਦੇ ਹਾਂ ਜਿਹਦੇ ਨਾਲ
ਦੋ ਸੈਂਟੈਂਸਿਸ ਦੀ ਜਾਂ ਪੈਰਾਗ੍ਰਾਫ ਦੀ ਆਪਸ ਦੇ ਵਿੱਚ ਸਟਰਕਚਰ ਬਣਨਾ, ਸੈਂਸ ਬਣਨੋਂ ਹਟ ਜਾਂਦੀ ਹੈ। ਤਾਂ ਉਹਨਾਂ ਚੀਜ਼ਾਂ ਨੂੰ ਅਵੋਇਡ ਕਰਨ ਦੇ ਲਈ ਆਪਾਂ ਨੂੰ ਆਪਣਾ ਜਿਹੜਾ ਸਟਰਕਚਰ ਆ ਇਹ ਫੋਲੋ ਕਰਨਾ ਚਾਹੀਦਾ। ਜ਼ਰੂਰੀ ਨਹੀਂ ਹੈ ਕਿ ਪੂਰਾ ਸਟਿਕ ਰਹਿਣਾ ਇਸ ਚੀਜ਼ ਨਾਲ, ਇਹ 90 ਵੀ ਹੋ ਸਕਦਾ ਹੈ, 120 ਵੀ ਹੋ ਸਕਦਾ, ਡਿਪੈਂਡਿੰਗ ਅਪੋਨ ਦਾ ਟੌਪਿਕ, ਰਾਈਟ। ਸੋ ਦਿਸ ਇਜ਼ ਅ ਬੇਸਿਕ ਸਟਰਕਚਰ। ਜਿਹੜੇ ਆਪਾਂ ਜ਼ਿਆਦਾਤਰ ਐਸੇਜ਼ ਯੂਜ਼ ਕਰਦੇ ਆ, ਐਸੇਜ਼ ਲਿਖਦੇ ਆ, ਉਹ ਇਸੇ ਸਟਰਕਚਰ ਨੂੰ ਲੈ ਕੇ ਲਿਖੇ ਜਾਂਦੇ ਆ, ਰਾਈਟ। ਐਂਡ ਆਪਾਂ ਜੋ ਵੀ ਇਹ ਮੈਂ ਤੁਹਾਨੂੰ ਦੱਸਿਆ ਕਿ ਇਹ ਪੈਰਾਗ੍ਰਾਫ ਨੇ, ਮੰਨ ਲਓ ਇੰਟਰੋਡਕਸ਼ਨ ਹੈ ਜਾਂ ਮੇਨ ਬੋਡੀ ਪੈਰਾਗ੍ਰਾਫ 1 ਹੈ, 2 ਹੈ, ਕਨਕਲੂਜਨ ਹੈ, ਇਹਨਾਂ ਸਾਰਿਆਂ ਦਾ ਇੱਕ ਕਲੀਅਰ ਏਮ ਹੁੰਦਾ। ਇਹ ਬਿਨਾਂ ਮਕਸਦ ਤੋਂ ਨਹੀਂ ਲਿਖੇ ਜਾਂਦੇ। ਹਰ ਇੱਕ ਪੈਰਾਗ੍ਰਾਫ ਦਾ ਇੱਕ ਕਾਰਨ ਹੁੰਦਾ, ਇੱਕ ਮਕਸਦ ਹੁੰਦਾ। ਅਗਰ ਆਪਾਂ ਆਪਣੇ ਐਸੇ ਦੇ ਵਿੱਚ ਉਹ ਮਕਸਦ ਪੂਰਾ ਕਰ ਰਹੇ ਹਾਂ, ਇੰਟਰੋਡਕਸ਼ਨ ਦੇ ਵਿੱਚ ਜੋ ਚੀਜ਼ਾਂ ਚਾਹੀਦੀਆਂ ਉਹ ਲਿਖ ਰਹੇ ਹਾਂ, ਮੇਨ ਬੋਡੀ ਪੈਰਾਗ੍ਰਾਫ 1 ਚ ਲਿਖ ਰਹੇ ਹਾਂ, then it is a good essay, right? So let's see on the next page what are those aims, and there is one more thing which is called as a concept of position. ਆਪਾਂ ਉਹਨਾਂ ਦੋਨਾਂ ਚੀਜ਼ਾਂ ਨੂੰ ਦੇਖਦੇ ਹਾਂ ਕਿ ਉਹ ਹੁੰਦੀਆਂ ਕੀ ਨੇ, ਰਾਈਟ। ਦੋਨੋਂ ਚੀਜ਼ਾਂ ਬਹੁਤ ਇੰਪੋਰਟੈਂਟ ਨੇ। So let's see. First thing is aim of paragraph and second is position, right? We will see it with the help of a statement. एक essay है, ठीक है, एक एग्री डिसएग्री essay ਨੂੰ ਬੋਲਿਆ ਜਾਂਦਾ। ਆਪਾਂ ਸਟੇਟਮੈਂਟ ਰੀਡ ਕਰਦੇ ਹਾਂ। ਨਾਰਮਲੀ ਜਦੋਂ ਵੀ ਤੁਸੀਂ ਐਸੇ ਕਰੋਗੇ ਜਾਂ ਕੁਝ ਵੀ, ਉਹਦੇ ਵਿੱਚ ਇੱਕ ਸਟੇਟਮੈਂਟ ਹੋਇਆ ਕਰੇਗੀ ਐਂਡ ਦੈਨ देयर इज एन इंस्ट्रक्शन। यहाँ पे ਆਪਾਂ ਨੂੰ ਕੋਈ ਇੱਕ ਇੰਸਟਰਕਸ਼ਨ ਦਿੱਤੀ ਜਾਂਦੀ ਹੈ, ਰਾਈਟ। ਸੋ ਰੀਡ, ਸਮ ਪੀਪਲ ਬਿਲੀਵ ਦੈਟ, ਕੁਝ ਲੋਕ ਸੋਚਦੇ ਨੇ, ਰੋਬੋਟਸ ਵਿਲ ਰਿਪਲੇਸ ਟੀਚਰਸ ਇਨ ਦਾ ਕਲਾਸ। ਜਿਹੜੇ ਰੋਬੋਟਸ ਨੇ ਉਹ ਟੀਚਰਸ ਨੂੰ ਕਲਾਸਰੂਮ ਦੇ ਵਿੱਚੋਂ ਰਿਪਲੇਸ ਕਰ ਦੇਣਗੇ ਇਨ ਦਾ ਨੀਅਰ ਫਿਊਚਰ, ਆਉਣ ਵਾਲੇ ਕੁਝ ਸਮੇਂ ਦੇ ਵਿੱਚ, ਠੀਕ ਹੈ। ਡੂ ਯੂ ਐਗਰੀ ਔਰ ਡਿਸਐਗਰੀ? ਤੁਹਾਡੀ ਕੀ ਪੋਜੀਸ਼ਨ ਹੈ? ਤੁਸੀਂ ਇਹਦੇ ਨਾਲ ਐਗਰੀ ਕਰਦੇ ਹੋ ਜਾਂ ਡਿਸਐਗਰੀ ਕਰਦੇ ਹੋ? ਤੁਹਾਡੀ ਕੀ ਸੋਚ ਹੈ? ਤੁਹਾਨੂੰ ਕੀ ਲੱਗਦਾ ਰੋਬੋਟਸ ਜੋ ਹੈ ਉਹ ਰਿਪਲੇਸ ਕਰ ਦੇਣਗੇ ਟੀਚਰਸ ਨੂੰ ਜਾਂ ਨਹੀਂ ਕਰਦੇ, ਰਾਈਟ। ਤਾਂ ਇਹ ਆਪਣਾ ਇੱਕ ਟੌਪਿਕ ਹੈ। ਇਹਨੂੰ ਟੌਪਿਕ ਨੂੰ ਲੈ ਕੇ ਆਪਾਂ ਇਹ ਦੋਨਾਂ ਚੀਜ਼ਾਂ ਨੂੰ ਆਪਾਂ ਸਮਝਣ ਦੀ ਕੋਸ਼ਿਸ਼ ਕਰਾਂਗੇ, ਏਮ ਆਫ ਪੈਰਾਗ੍ਰਾਫਸ ਨੂੰ ਐਂਡ ਕਨਸੈਪਟ ਆਫ ਪੋਜੀਸ਼ਨ। ਸੋ ਲੈਟਸ ਸੀ, ਜੋ ਆਪਾਂ ਲਾਸਟ ਪੇਜ ਤੇ ਗੱਲ ਕਰੀ ਸੀ ਇੰਟਰੋਡਕਸ਼ਨ ਦੀ, ਉਹਦੇ ਬਾਰੇ ਆਪਾਂ ਡਿਸਕਸ ਕਰਦੇ ਹਾਂ। ਸੋ ਦਾ ਫਸਟ ਥਿੰਗ ਇਜ਼ ਇੰਟਰੋਡਕਸ਼ਨ, ਇਟਸ ਏਮ ਇਜ਼, ਇਹਦੇ ਵਿੱਚ ਆਪਾਂ ਨੂੰ ਦੋ ਚੀਜ਼ਾਂ ਜ਼ਰੂਰੀ ਹੁੰਦੀਆਂ। ਫਸਟ ਥਿੰਗ ਇਜ਼ ਅਵਰ not introduction, is our topic. ਟੌਪਿਕ ਕਿਹੜਾ ਹੈ? ਜੋ ਆਪਾਂ ਪੜ੍ਹਿਆ, ਸਟੇਟਮੈਂਟ ਪੜ੍ਹੀ, ਕੀ ਆਪਾਂ ਇਹਨੂੰ ਸੇਮ ਲਿਖ ਦਿਆਂਗੇ? ਨੋ। ਇੱਥੇ ਇੱਕ ਕਨਸੈਪਟ ਆਉਂਦਾ ਵਾ ਪੈਰਾਫਰੇਜ਼ਿੰਗ, ਜਿਹਦੇ ਬਾਰੇ ਆਪਾਂ ਅੱਗੇ ਡਿਸਕਸ ਕਰਾਂਗੇ। ਐਂਡ ਵਾਟ ਇਜ਼ ਪੈਰਾਫਰੇਜ਼ਿੰਗ? ਪੈਰਾਫਰੇਜ਼ਿੰਗ ਮਤਲਬ ਜੋ ਇਹ ਸਟੇਟਮੈਂਟ ਲਿਖੀ ਗਈ ਹੈ ਇਹਨੂੰ ਆਪਣੇ ਵਰਡਸ ਦੇ ਵਿੱਚ ਲਿਖਣਾ, ਚਾਹੇ ਇਹਨਾਂ ਦੇ ਸਿਨੋਨਿਮਸ ਯੂਜ਼ ਕਰੋ, ਚਾਹੇ ਇਹ ਸਾਰੀ ਸਟੇਟਮੈਂਟ ਦਾ ਗ੍ਰਾਮੈਟੀਕਲ ਆਰਡਰ ਚੇਂਜ ਕਰੋ, ਜਾਂ ਕਿਸੇ ਵਰਡ ਦਾ ਵਰਡ ਫਾਰਮੇਸ਼ਨ ਚੇਂਜ ਕਰੋ। ਕਿਸੇ ਵੀ ਤਰੀਕੇ ਨਾਲ ਇਹਨਾਂ ਵਰਡਸ ਨੂੰ ਕਾਪੀ ਨਹੀਂ ਕਰਨਾ। ਅਗਰ ਕਾਪੀ ਕਰਦੇ ਹੋ ਤਾਂ ਇਹ ਤੁਹਾਡੇ ਸਕੋਰ ਨੂੰ ਹਾਰਮ ਕਰੇਗੀ। ਇੱਕ ਤਾਂ ਰਿਕੁਆਇਰਮੈਂਟ ਹੋ ਗਈ ਟੌਪਿਕ। ਸੈਕੰਡ ਰਿਕੁਆਇਰਮੈਂਟ ਜਿਹੜੀ ਹੈਗੀ ਹੈ, ਇਟ ਇਜ਼ ਵੈਰੀ ਇੰਪੋਰਟੈਂਟ, ਇਟ ਇਜ਼ ਯੋਰ ਪੋਜੀਸ਼ਨ। ਸੋ ਪੋਜੀਸ਼ਨ ਲਾਈਕ ਆਪਾਂ ਲਾਸਟ ਸਲਾਈਡ ਦੇ ਵਿੱਚ ਡਿਸਕਸ ਕੀਤਾ ਸੀ ਕਿ ਪਹਿਲਾਂ ਸਭ ਤੋਂ ਪਹਿਲਾਂ ਆਪਣੇ ਕੋਲ ਇੱਕ ਟੌਪਿਕ ਹੁੰਦਾ, ਲਾਈਕ ਦਿਸ ਇਜ਼ ਅ ਟੌਪਿਕ, ਦੈਨ ਆਪਣਾ ਇੱਕ ਓਪੀਨੀਅਨ ਹੁੰਦਾ, ਦੈਨ ਇਜ਼ ਅਵਰ ਪ੍ਰੂਫ ਪਾਰਟ, ਰਾਈਟ। ਤਾਂ ਓਪੀਨੀਅਨ ਜੋ ਹੁੰਦਾ ਉਹ ਇੱਕ ਤਰ੍ਹਾਂ ਦਾ ਪੋਜੀਸ਼ਨ ਹੁੰਦੀ ਹੈ। ਲਾਈਕ ਇਨ ਦਿਸ ਐਸੇ, ਤੁਹਾਨੂੰ ਕੀ ਲੱਗਦਾ ਕਿ ਰੋਬੋਟਸ ਰਿਪਲੇਸ ਕਰ ਦੇਣਗੇ ਟੀਚਰਸ ਨੂੰ ਜਾਂ ਨਹੀਂ? ਐਗਰੀ ਜਾਂ ਡਿਸਐਗਰੀ? ਸੋ ਲੈਟਸ ਸੇ ਆਪਾਂ ਇੱਥੇ ਐਗਰੀ ਕਰਦੇ ਹਾਂ ਕਿ ਹਾਂਜੀ, ਜੋ ਰੋਬੋਟਸ ਨੇ ਉਹ ਇਨ ਫਿਊਚਰ ਟੀਚਰਸ ਨੂੰ ਰਿਪਲੇਸ ਕਰ ਦੇਣਗੇ। ਕਿਉਂ ਕਰ ਦੇਣਗੇ ਉਹ ਆਪਾਂ ਅੱਗੇ ਡਿਸਕਸ ਕਰਾਂਗੇ, ਬਟ ਆਪਾਂ ਫਿਲਹਾਲ ਸੋਚ ਲਿਆ ਕਿ ਆਪਣੀ ਪੋਜੀਸ਼ਨ ਕੀ ਹੈ, ਐਗਰੀ ਹੈ। ਤਾਂ ਅਗਰ ਇਹ ਦੋ ਚੀਜ਼ਾਂ ਤੁਹਾਡੀ ਇੰਟਰੋਡਕਸ਼ਨ ਦੇ ਵਿੱਚ ਪ੍ਰੈਜ਼ੈਂਟ ਨੇ, ਤੁਹਾਡੀ ਇੰਟਰੋਡਕਸ਼ਨ ਬਿਲਕੁਲ ਪਰਫੈਕਟ ਹੈ, ਤੁਹਾਨੂੰ ਹੋਰ ਕੁਝ ਵੀ ਕਰਨ ਦੀ ਜ਼ਰੂਰਤ ਨਹੀਂ ਹੈ। ਇੱਥੇ ਬੱਚੇ ਗਲਤੀ ਕੀ ਕਰਦੇ ਆ, ਉਹਨਾਂ ਨੂੰ ਸਿਖਾਇਆ ਜਾਂਦਾ ਵਿਚ ਇਜ਼ ਅ ਵੈਰੀ ਬੈਡ ਪ੍ਰੈਕਟਿਸ। ਉਹ ਕੀ ਕਰਦੇ ਆ, ਜਨਰਲ ਸਟੇਟਮੈਂਟ ਲਿਖਣ ਦੀ ਕੋਸ਼ਿਸ਼ ਕਰਦੇ ਆ ਕਿ ਬੈਕਗਰਾਊਂਡ ਤੇ ਕੋਈ ਸਟੇਟਮੈਂਟ ਲਿਖਣੀ ਹੈ, ਰਾਈਟ, ਕਿ ਦੇਖੋ ਇਹ ਰੋਬੋਟਸ ਵਾਲਾ ਟੌਪਿਕ ਹੈ ਤਾਂ ਤੁਸੀਂ ਪਿੱਛੋਂ ਕੋਈ ਟੈਕਨੋਲੋਜੀ ਦੇ ਨਾਲ ਜੁੜੀ ਹੋਈ ਕੋਈ ਚੀਜ਼ ਬੋਲੋ ਕਿ ਕਿਉਂਕਿ ਟੈਕਨੋਲੋਜੀ ਬਹੁਤ ਵੱਧ ਗਈ ਹੈ ਜਿਹਦੇ ਨਾਲ ਇਹ ਹੋ ਗਿਆ, ਫਲਾਨਾ ਹੋ ਗਿਆ, ਰਾਈਟ। ਉਸ ਚੀਜ਼ ਦੇ ਚੱਕਰਾਂ ਦੇ ਵਿੱਚ ਕੀ ਹੁੰਦਾ ਕਿ ਪਹਿਲਾ ਨੁਕਸਾਨ ਜੋ ਉਹਦੇ 'ਚ ਹੁੰਦਾ ਉਹ ਇਹ ਹੈ ਕਿ ਬੱਚੇ ਦਾ ਜਿਹੜਾ ਮਾਈਂਡ ਹੈ ਉਹ ਡਾਈਵਰਟ ਹੁੰਦਾ ਆਪਣੇ ਟੌਪਿਕ, ਰਾਈਟ। ਉਹ ਕਨਫਿਊਜ਼ ਹੁੰਦਾ, ਨਰਵਸ ਹੁੰਦਾ ਕਿ ਹੁਣ ਕੀ ਲਿਖੀਏ ਇੱਥੇ। ਸੈਕੰਡਲੀ ਟਾਈਮ ਵੇਸਟ ਕਰਦਾ, ਆਪਣੇ 3 ਤੋਂ 4 ਮਿੰਟ ਇਸ ਚੀਜ਼ ਦੇ ਵਿੱਚ ਵੇਸਟ ਹੁੰਦੇ ਨੇ। ਥਰਡ ਜੋ ਨੁਕਸਾਨ ਹੁੰਦਾ ਉਹ ਇਹ ਹੈ ਕਿ ਵਰਡ ਲੈਂਥ ਜੋ ਹੈਗੀ ਆਪਣੀ ਇੰਟਰੋਡਕਸ਼ਨ ਦੀ ਉਹ ਬਹੁਤ ਵੱਧ ਜਾਂਦੀ ਹੈ। ਅਗਰ ਆਪਾਂ ਇਹਨੂੰ 30 ਤੋਂ
50 वर्ड्स ਦੇ ਵਿੱਚ ਲਿਖਣਾ ਤਾਂ ਆਹ ਦੋ ਚੀਜ਼ਾਂ ਆਪਣੀਆਂ ਆਸਾਨੀ ਨਾਲ ਕਵਰ ਹੋ ਸਕਦੀਆਂ ਐਂਡ ਇਟ ਇਜ਼ ਓਨਲੀ ਰਿਕੁਆਇਰਮੈਂਟ। ਤੁਹਾਡੀ ਰਿਕੁਆਇਰਮੈਂਟ ਸਿਰਫ ਇੰਨੀ ਹੀ ਹੈ, ਜਰਨਲ ਸਟੇਟਮੈਂਟ ਦੀ ਰਿਕੁਆਇਰਮੈਂਟ ਹੈ ਹੀ ਨਹੀਂ। ਠੀਕ ਹੈ, ਸੋ ਇੰਟਰੋਡਕਸ਼ਨ ਨੂੰ ਟੂ ਦਾ ਪੁਆਇੰਟ ਰੱਖੋ, ਠੀਕ ਹੈ, ਕੰਸਾਈਜ਼ ਰੱਖੋ, ਉਹਦੇ ਨਾਲ ਤੁਹਾਨੂੰ ਬੈਨੀਫਿਟ ਹੋਊਗਾ ਇਸ ਚੀਜ਼ ਦਾ। ਕ੍ਰੈਮਡ ਸੈਂਟੈਂਸਸ ਨੂੰ ਕਦੇ ਵੀ ਯੂਜ਼ ਕਰਨ ਦੀ ਕੋਸ਼ਿਸ਼ ਨਾ ਕਰੋ। ਕਈ ਵਾਰ ਲਿਖਿਆ ਜਾਂਦਾ ਇਨ ਦਾ following paragraphs I will do this, I will do that, so don't do that kind of thing, it would only harm your score। ਸੋ ਇਹ ਕਨਸੈਪਟ ਸੀਗਾ ਇੰਟਰੋਡਕਸ਼ਨ ਦਾ। ਇਸ ਤੋਂ ਬਾਅਦ ਚੀਜ਼ ਆਉਂਦੀ ਹੈ ਪੋਜੀਸ਼ਨ। ਹੁਣ ਪੋਜੀਸ਼ਨ ਬਾਰੇ ਆਪਾਂ ਇੱਕ ਤਾਂ ਚੀਜ਼ ਗੱਲ ਕਰ ਲਈ ਕਿ ਇਹਦਾ ਪ੍ਰੈਜ਼ੈਂਟ ਹੋਣਾ ਜ਼ਰੂਰੀ ਹੈ। ਦੇਖੋ ਪੋਜੀਸ਼ਨ ਦੇ ਵਿੱਚ ਦੋ ਚੀਜ਼ਾਂ ਜ਼ਰੂਰੀ ਨੇ, ਇੱਕ ਤਾਂ ਇਹ ਪ੍ਰੈਜ਼ੈਂਟ ਹੈ ਜਾਂ ਨਹੀਂ, ਯੈਸ ਇਟ ਇਜ਼ ਪ੍ਰੈਜ਼ੈਂਟ। ਸੈਕੰਡ ਥਿੰਗ ਜਿਹੜੀ ਦੇਖੀ ਜਾਂਦੀ ਹੈ that are we consistent with our position। consistent ਦਾ ਮਤਲਬ ਕੀ ਹੈ, let's explain it with the help of body paragraph 1। ਮੰਨ ਲਓ ਇਹ ਆਪਣਾ ਮੇਨ ਬੋਡੀ ਪੈਰਾਗ੍ਰਾਫ 1 ਹੈ। ਐਗਰੀ ਕਰਕੇ ਆਪਾਂ ਕਿ ਰੋਬੋਟਸ ਰਿਪਲੇਸ ਕਰ ਦੇਣਗੇ ਟੀਚਰਸ ਨੂੰ। ਹੁਣ ਮਤਲਬ ਕੀ ਹੈ, ਆਪਾਂ ਸਾਰੇ ਪੈਰਾਗ੍ਰਾਫਸ ਦੇ ਵਿੱਚ ਜਾਂ ਆਪਣਾ ਸਾਰਾ ਐਸੇ ਹੈ ਉਹਦੇ ਵਿੱਚ ਆਪਾਂ ਇਸ ਤੋਂ ਇਲਾਵਾ ਹੋਰ ਕੁਝ ਨਹੀਂ ਲਿਖਣਾ ਕਿ ਰੋਬੋਟਸ ਰਿਪਲੇਸ ਨਹੀਂ ਕਰ ਸਕਦੇ, ਉਸ ਚੀਜ਼ ਬਾਰੇ ਆਪਾਂ ਗੱਲ ਨਹੀਂ ਕਰਨੀ। ਪੋਜੀਸ਼ਨ ਇੱਕ ਤਰ੍ਹਾਂ ਦਾ ਪ੍ਰੋਮਿਸ ਹੁੰਦਾ ਤੁਹਾਡੇ ਐਗਜ਼ਾਮੀਨਰ ਦੇ ਨਾਲ ਕਿ ਤੁਸੀਂ ਜੋ ਕਹਿਤਾ ਹੁਣ ਉਹੀ ਕਰੂੰਗਾ, ਰਾਈਟ। ਹੁਣ ਮੇਨ ਬੋਡੀ ਪੈਰਾਗ੍ਰਾਫ 1 ਕਿਸ ਚੀਜ਼ ਬਾਰੇ ਹੋ ਸਕਦਾ ਇੱਥੇ, ਜਦੋਂ ਆਪਾਂ ਐਗਰੀ ਕਰਕੇ ਆ ਤਾਂ ਇੱਥੇ ਲਿਖਾਂਗੇ ਫੇਵਰਸ ਆਫ ਰੋਬੋਟਸ, ਕਿ ਰੋਬੋਟਸ ਜਿਹੜੇ ਹੈਗੇ ਨੇ ਉਹਨਾਂ 'ਚ ਐਸੀਆਂ ਕਿਹੜੀਆਂ ਚੀਜ਼ਾਂ ਨੇ ਜਿਨ੍ਹਾਂ ਕਰਕੇ ਉਹ ਟੀਚਰਸ ਨੂੰ ਰਿਪਲੇਸ ਕਰ ਦੇਣਗੇ। ਤਾਂ ਜਦੋਂ ਹੁਣ ਐਗਜ਼ਾਮੀਨਰ ਆਏਗਾ, ਟੌਪਿਕ ਪੜ੍ਹਿਆ ਉਹਨੇ, ਪੈਰਾਫਰੇਜ਼ਡ ਹੈ, ਗੁੱਡ, ਪੋਜੀਸ਼ਨ ਪ੍ਰੈਜ਼ੈਂਟ ਹੈ, ਯੈਸ। ਉਸ ਤੋਂ ਬਾਅਦ ਉਹ ਪੋਜੀਸ਼ਨ ਦੇ ਅਕੋਰਡਿੰਗ ਮੈਚ ਕਰੇਗਾ। ਪੋਜੀਸ਼ਨ ਨੂੰ ਲੱਗ ਹੀ ਪਤਾ ਕਿ ਇਹ ਬੱਚਾ ਰੋਬੋਟਸ ਬਾਰੇ ਲਿਖਣ ਜਾ ਰਿਹਾ ਕਿ ਰੋਬੋਟਸ ਟੀਚਰਸ ਨੂੰ ਰਿਪਲੇਸ ਕਰ ਦੇਣ, ਰਾਈਟ। ਸੋ ਫਸਟ ਮੇਨ ਬੋਡੀ ਪੈਰਾਗ੍ਰਾਫ ਉਸਨੇ ਰੀਡ ਕਰਿਆ, ਉਹਨੇ ਦੇਖਿਆ ਕਿ ਬੱਚੇ ਨੇ ਲਿਖਿਆ ਕਿ ਹਾਂਜੀ ਰੋਬੋਟਸ ਇਸ ਕਾਰਨ ਕਰਕੇ ਟੀਚਰਸ ਨੂੰ ਰਿਪਲੇਸ ਕਰਨਗੇ, ਗੁੱਡ। ਸੈਕੰਡ ਬੋਡੀ ਪੈਰਾਗ੍ਰਾਫ ਦੇ ਵਿੱਚ ਆਇਆ, ਅਗੇਨ ਕੁਝ ਫੈਕਟਰਸ ਲਿਖੇ ਜਿਹੜੇ ਕੀ ਕਰ ਰਹੇ ਨੇ, ਰੋਬੋਟਸ ਬਾਰੇ ਦੱਸ ਰਹੇ ਨੇ ਕਿ ਹਾਊ ਰੋਬੋਟਸ ਵੁੱਡ ਰਿਪਲੇਸ ਦਾ ਟੀਚਰਸ। ਅਗਰ ਇਹ ਚੀਜ਼ਾਂ ਉਹਨੂੰ ਮਿਲਦੀਆਂ ਨੇ, ਇਹਦਾ ਮਤਲਬ ਕੀ ਹੈ, ਤੁਸੀਂ ਆਪਣੀ ਪੋਜੀਸ਼ਨ ਦੇ ਨਾਲ ਕੰਸਿਸਟੈਂਟ ਹੋ, ਤੁਸੀਂ ਐਗਰੀ ਕਿਹਾ, ਤੁਸੀਂ ਉਸ ਪੋਜੀਸ਼ਨ ਨੂੰ ਮੇਨਟੇਨ ਰੱਖਿਆ ਕਿ ਹਾਂਜੀ ਇਹਨਾਂ ਦੋ ਕਾਰਨਾਂ ਕਰਕੇ ਰੋਬੋਟਸ ਜਿਹੜੇ ਹੈਗੇ ਆ ਟੀਚਰਸ ਨੂੰ ਰਿਪਲੇਸ ਕਰ ਦੇਣਗੇ, ਰਾਈਟ। ਹੁਣ ਆਪਾਂ ਦੂਸਰੀ ਸਾਈਡ ਚੱਲਦੇ ਹਾਂ। ਮੰਨ ਲਓ ਇੱਥੇ ਰੋਬੋਟਸ ਬਾਰੇ ਲਿਖਣ ਦੀ ਬਜਾਏ ਇਸ ਸਾਈਡ ਤੁਸੀਂ ਇਹ ਲਿਖਤਾ ਕਿ ਜੋ ਟੀਚਰਸ ਨੇ ਉਹ ਰਿਪਲੇਸ ਨਹੀਂ ਕਰਨ ਦੇਣਗੇ ਰੋਬੋਟਸ ਨੂੰ, ਠੀਕ ਹੈ, ਉਹਨਾਂ 'ਚ ਕੁਝ ਕੁਆਲਿਟੀਜ਼ ਨੇ ਜਿਨ੍ਹਾਂ ਕਰਕੇ ਉਹ ਰਿਪਲੇਸ ਨਹੀਂ ਹੋਣਗੇ। ਤਾਂ ਇੱਥੇ ਪ੍ਰੋਬਲਮ ਕੀ ਹੈ, ਇਹ ਤੁਹਾਡੀ ਇਸ ਪੋਜੀਸ਼ਨ ਦੇ ਨਾਲ ਕੰਸਿਸਟੈਂਸੀ ਨਹੀਂ ਹੈ, ਠੀਕ ਹੈ। ਤੁਸੀਂ ਕਿਹਾ ਇਹ ਕਿ ਰੋਬੋਟਸ ਰਿਪਲੇਸ ਕਰ ਦੇਣਗੇ, ਮੇਨ ਬੋਡੀ ਪੈਰਾਗ੍ਰਾਫ ਤੁਸੀਂ ਲਿਖਤਾ, ਠੀਕ ਹੈ, 1 ਦੇ ਵਿੱਚ ਹਾਂਜੀ ਰਿਪਲੇਸ ਕਰਨਗੇ, ਸੈਕੰਡ ਦੇ ਵਿੱਚ ਤੁਸੀਂ ਕਿਸੇ ਹੋਰ ਚੀਜ਼ ਬਾਰੇ ਲਿਖਤਾ। ਇਸੇ ਚੀਜ਼ ਨੂੰ ਆਪਾਂ ਬੋਲਦੇ ਹਾਂ ਆਫ ਟਾਪਿਕ। ਆਪਾਂ ਨੂੰ ਜਨਰਲੀ ਸੁਣਨ ਨੂੰ ਮਿਲਦਾ ਕਿ ਤੁਸੀਂ ਆਫ ਟਾਪਿਕ ਲਿਖਿਆ, ਬਟ ਆਪਾਂ ਨੂੰ ਐਕਸਪਲੇਨ ਨਹੀਂ ਹੁੰਦਾ, ਪਤਾ ਨਹੀਂ ਲੱਗਦਾ, ਅੰਡਰਸਟੈਂਡਿੰਗ ਨਹੀਂ ਹੁੰਦੀ ਕਿ ਆਫ ਟਾਪਿਕ ਦਾ ਮੀਨਿੰਗ ਕੀ ਹੈ। ਤਾਂ ਟੀਚਰਸ ਬਾਰੇ ਲਿਖਣਾ ਕੋਈ ਗਲਤ ਚੀਜ਼ ਨਹੀਂ ਹੈ, ਰਾਈਟ, ਬਟ ਫਿਰ ਤੁਹਾਨੂੰ ਇੱਥੇ ਆਪਣੀ ਪੋਜੀਸ਼ਨ ਚੇਂਜ ਕਰਨੀ ਪਊਗੀ। ਤੁਸੀਂ ਲਿਖੋਗੇ ਡਿਸਐਗਰੀ, ਕਿ ਮੈਂ ਡਿਸਐਗਰੀ ਕਰਦਾ ਕਿ ਰੋਬੋਟਸ ਰਿਪਲੇਸ ਕਰ ਦੇਣਗੇ ਟੀਚਰਸ ਨੂੰ। ਫਿਰ ਦੋਨੋਂ ਪੁਆਇੰਟਸ ਤੁਹਾਡੇ, ਆਹ ਵਾਲਾ ਪੁਆਇੰਟ ਵੀ ਤੇ ਇਹ ਵੀ, ਇਹਦੇ ਵਿੱਚ ਤੁਸੀਂ ਟੀਚਰਸ ਦੇ ਫੇਵਰ ਬਾਰੇ ਲਿਖੋਗੇ ਕਿ ਹਾਊ ਟੀਚਰਸ ਵੁੱਡ ਕੰਪੀਟ ਵਿਦ ਦਾ ਰੋਬੋਟਸ। ਉਹਨਾਂ 'ਚ ਕਿਹੜੀਆਂ ਕਿਹੜੀਆਂ ਚੀਜ਼ਾਂ ਨੇ ਜਿਨ੍ਹਾਂ ਕਰਕੇ ਰੋਬੋਟਸ ਉਹਨਾਂ ਨੂੰ ਕਦੇ ਵੀ ਰਿਪਲੇਸ ਨਹੀਂ ਕਰ ਪਾਉਣਗੇ। ਸੋ ਇਹ ਕਨਸੈਪਟ ਹੈ ਪੋਜੀਸ਼ਨ ਦਾ। ਦੋ ਚੀਜ਼ਾਂ, ਇੱਕ ਤਾਂ ਪੋਜੀਸ਼ਨ ਦਾ ਪ੍ਰੈਜ਼ੈਂਟ ਹੋਣਾ ਬਹੁਤ ਜ਼ਰੂਰੀ ਹੈ, ਸੈਕੰਡ ਥਿੰਗ ਪੋਜੀਸ਼ਨ ਦੇ ਨਾਲ ਕੰਸਿਸਟੈਂਟ ਰਹਿਣਾ ਬਹੁਤ ਜ਼ਰੂਰੀ ਹੈ। ਅਗਰ ਕੰਸਿਸਟੈਂਟ ਨਹੀਂ ਰਹਿੰਦੇ ਤਾਂ ਤੁਹਾਡਾ ਸਕੋਰ ਉਹਦੇ ਨਾਲ ਹਾਰਮ ਹੁੰਦਾ ਹੈ। ਆਪਾਂ ਨੈਕਸਟ ਸਲਾਈਡ ਦੇ ਉੱਪਰ ਦੇਖਾਂਗੇ ਵੀ ਇਹਨੂੰ ਕਿ ਆਪਣੇ ਬੈਂਡ ਡਿਸਕ੍ਰਿਪਟਰਸ ਦੇ ਵਿੱਚ ਇਹਨੂੰ ਕਿਸ ਤਰੀਕੇ ਨਾਲ ਲਿਖਿਆ ਗਿਆ। ਬੈਂਡ ਡਿਸਕ੍ਰਿਪਟਰਸ ਇੱਕ ਐਸਾ ਡਾਕੂਮੈਂਟ ਹੈ, ਆਪਾਂ ਲਾਸਟ ਵੀਡੀਓ ਡਿਸਕਸ ਕੀਤਾ ਸੀਗਾ, ਕਿ ਜਿਹਨੂੰ ਦੇਖ ਕੇ ਤੁਹਾਡੇ ਐਗਜ਼ਾਮੀਨਰਸ ਤੁਹਾਡੇ ਐਸੇ ਨੂੰ ਚੈੱਕ ਕਰਦੇ ਨੇ, ਰਾਈਟ। ਉਹ ਕੁਝ ਰਿਕੁਆਇਰਮੈਂਟਸ ਨੇ, ਤੁਸੀਂ ਅਗਰ ਉਹਨਾਂ ਨੂੰ ਪੂਰਾ ਕਰਦੇ ਹੋ ਫਿਰ ਹੀ ਤੁਹਾਡੇ ਬੈਂਡਸ ਆਉਂਦੇ ਨੇ। ਉਹਦੇ ਵਿੱਚ ਪੋਜੀਸ਼ਨ ਨੂੰ ਇੱਕ ਸੈਪਰੇਟਲੀ ਮੈਂਸ਼ਨ ਕੀਤਾ ਹੋਇਆ ਕਿ 5 ਬੈਂਡ ਵਾਲਾ ਬੱਚਾ ਕੀ ਕਰ ਰਿਹਾ, 6 ਵਾਲਾ ਕੀ ਕਰ ਰਿਹਾ, 7 ਵਾਲਾ ਕੀ ਕਰ ਰਿਹਾ। ਵੀ ਵਿਲ ਡਿਸਕਸ ਦੈਟ ਇਨ ਦ ਨੈਕਸਟ ਸਲਾਈਡ। ਸੋ ਇੱਥੇ ਬਸ ਤੁਹਾਨੂੰ ਇੱਕ ਲਾਸਟ ਐਗਜ਼ਾਮਪਲ ਦੇ ਕੇ ਸਮਝਾਉਣਾ ਚਾਹੁੰਦਾ। ਮੰਨ ਲਓ ਤੁਸੀਂ ਆਪਣੇ ਐਗਜ਼ਾਮੀਨਰ ਨੂੰ ਕਿਹਾ ਕਿ ਆਪਾਂ A ਤੋਂ B ਪੁਆਇੰਟ ਤੇ ਜਾਣਾ, ਉਸਨੂੰ ਦੱਸਿਆ ਕਿ ਇਹ ਵਾਲਾ ਰੂਟ ਹੈ, ਠੀਕ ਹੈ, ਇਹਦੇ ਉੱਪਰ ਜਾਣਾ ਹੈ ਆਪਾਂ, ਬਟ ਤੁਸੀਂ ਜਾ ਇਸ ਤਰੀਕੇ ਨਾਲ ਰਹੇ ਹੋ। ਤਾਂ ਪ੍ਰੋਮਿਸ ਜੋ ਸੀਗਾ ਉਹ ਇਸ ਰਸਤੇ ਤੇ ਜਾਣ ਦਾ ਸੀਗਾ, ਬਟ ਤੁਸੀਂ ਕੋਈ ਹੋਰ ਰੂਟਸ ਲੈ ਲਿਆ। ਤਾਂ ਇਹਦੇ ਨਾਲ ਕੀ ਆ, ਜੋ ਤੁਸੀਂ ਡੈਸਟੀਨੇਸ਼ਨ ਤੇ ਪਹੁੰਚੇ ਹੋ, ਰੂਟ ਗਲਤ ਹੋਣ ਕਰਕੇ ਤੁਹਾਡੀ ਜਿਹੜੀ ਪੋਜੀਸ਼ਨ ਹੈ ਉਹ ਗਲਤ ਹੋਊਗੀ, ਠੀਕ ਹੈ।
पोजीशन ना कंसिस्टेंट रहना जरूरी है, जो प्रॉमिस करता इंट्रोडक्शन दे विच उसे चीज ਨੂੰ फॉलो करना थ्रू आउट द essay, right? So let's move to the next part, that is conclusion. It is the easiest part of the essay. The conclusion ਦੇ ਵਿੱਚ ਕੀ ਹੁੰਦਾ, let's see. ਸਭ ਤੋਂ ਪਹਿਲਾਂ ਕੀ ਕਰਨਾ, ਇਹਦੇ ਵਿੱਚ ਕਦੇ ਵੀ ਬਹੁਤ ਜ਼ਿਆਦਾ ਫੈਂਸੀ ਵਰਡਸ ਜਾਂ ਨਵੇਂ ਲਿੰਕਿੰਗ ਵਰਡਸ ਲਿਖਣ ਦੀ ਜ਼ਰੂਰਤ ਨਹੀਂ ਹੈ। ਆਲਵੇਜ਼ ਕੀਪ ਇਟ ਸਿੰਪਲ। ਹਮੇਸ਼ਾ ਇੱਕੋ ਇਹਨੂੰ ਲਿੰਕਿੰਗ ਵਰਡ ਦੇ ਨਾਲ ਸ਼ੁਰੂ ਕਰੋ, that is in conclusion, and reason behind that is ਤੁਹਾਨੂੰ ਇਹਦਾ ਕੋਈ ਮਾਰਕਸ ਨਹੀਂ ਮਿਲਣਾ, this is not a part of your vocabulary, ਇਹਨੂੰ ਕਾਊਂਟ ਹੀ ਨਹੀਂ ਕਰਨਾ ਕਿਸੇ ਨੇ, then why we should use any other words, right? ਕਈ ਵਾਰ ਆਪਾਂ ਕੋਈ ਹੋਰ ਫੈਂਸੀ ਵਰਡ ਯੂਜ਼ ਕਰਦੇ ਮਿਸਟੇਕ ਕਰ ਦਿੰਦੇ ਆ, ਤਾਂ ਜਸਟ ਇੱਥੇ ਇਨ ਕਨਕਲੂਜਨ ਲਿਖ ਦੋਗੇ, that is enough, right? ਉਸ ਤੋਂ ਬਾਅਦ ਕੀ ਹੁੰਦਾ ਇਨ ਕਨਕਲੂਜਨ, ਦੈਨ ਉਸ ਤੋਂ ਬਾਅਦ ਤੁਹਾਡੀ ਪੋਜੀਸ਼ਨ ਆਉਂਦੀ ਹੈ, ਰੀਸਟੇਟ ਕਰਦੇ ਹੋ ਆਪਣੀ ਪੋਜੀਸ਼ਨ ਨੂੰ ਕਿ ਮੇਰੀ ਕੀ ਸਾਈਡ ਹੈ, that robots will replace teachers। ਉਸ ਤੋਂ ਬਾਅਦ ਬਿਕੋਜ਼ ਲਗਾ ਕੇ ਤੁਹਾਡੇ ਪੁਆਇੰਟਸ ਆਉਣਗੇ, point 1 point 2, and what are these points ਜੋ ਕਿ ਤੁਸੀਂ ਆਪਣੇ ਮੇਨ ਬੋਡੀ ਪੈਰਾਗ੍ਰਾਫ 1 ਜਾਂ 2 ਚ ਲਿਖੇ ਹੋਣਗੇ ਕਿ ਰੋਬੋਟਸ ਕਿਵੇਂ ਰਿਪਲੇਸ ਕਰਨਗੇ। ਲੈਟਸ ਸੇ ਰੋਬੋਟਸ ਰਿਪਲੇਸ ਕਰ ਦੇਣਗੇ ਬਿਕੋਜ਼ ਦੇ ਆਰ ਚੀਪਰ, ਐਂਡ ਹਾਊ ਦੇ ਆਰ ਚੀਪਰ ਕਿ ਇਹਨਾਂ ਦੇ ਵਿੱਚ ਵਨ ਟਾਈਮ ਇਨਵੈਸਟਮੈਂਟ ਹੁੰਦੀ ਹੈ, ਬਾਰ-ਬਾਰ ਇਹਨਾਂ ਨੂੰ ਸੈਲਰੀ ਨਹੀਂ ਦੇਣੀ ਪੈਂਦੀ, ਰਾਈਟ? ਐਂਡ ਸੈਕੰਡ ਪੁਆਇੰਟ ਇਜ਼ ਦੇ ਹੈਵ ਮੋਰ ਸਟੋਰੇਜ ਕਪੈਸਿਟੀ, ਉਹਨਾਂ ਦੇ ਵਿੱਚ ਸਟੋਰੇਜ ਕਪੈਸਿਟੀ ਜ਼ਿਆਦਾ ਹੁੰਦੀ ਹੈ, ਜਿਹਦੇ ਕਰਕੇ ਉਹ ਜ਼ਿਆਦਾ ਵਧੀਆ ਤਰੀਕੇ ਨਾਲ ਬੱਚਿਆਂ ਨੂੰ ਪੜ੍ਹਾ ਸਕਦੇ ਆ। ਤਾਂ ਇੱਥੇ ਕੀ ਆਊਗਾ ਇਨ ਕਨਕਲੂਜਨ, I believe robots will replace the teachers. This is our position because point 1 is they are cheaper and they have more storage capacity. So in this way ਆਪਾਂ ਕੀ ਕੀਤਾ, ਹੁਣ ਸਾਰੇ ਇਸ ਸਲਾਈਡ ਦਾ ਆਪਾਂ ਕੁਇਕਲੀ ਰਿਵਿਊ ਕਰਦੇ ਹਾਂ। ਸਭ ਤੋਂ ਪਹਿਲਾਂ ਕੀ ਦੇਖਿਆ ਕਿ ਹਰ ਇੱਕ ਪੈਰਾਗ੍ਰਾਫ ਦਾ ਇੱਕ ਏਮ ਹੁੰਦਾ, ਇੰਟਰੋਡਕਸ਼ਨ ਦੇ ਵਿੱਚ ਇੱਕ ਟੌਪਿਕ ਤੇ ਇੱਕ ਪੋਜੀਸ਼ਨ ਹੋਣੀ ਜ਼ਰੂਰੀ ਹੈ। ਮੇਨ ਬੋਡੀ ਪੈਰਾਗ੍ਰਾਫ ਦੇ ਵਿੱਚ ਕੀ ਹੁੰਦਾ, ਆਪਾਂ ਉਸ ਚੀਜ਼ ਦੇ ਪੋਜੀਸ਼ਨ ਦੇ ਨਾਲ ਕੰਸਿਸਟੈਂਟ ਰਹਿਣਾ, ਬੋਡੀ ਪੈਰਾਗ੍ਰਾਫ 2 ਦੇ ਵਿੱਚ ਵੀ, ਐਂਡ ਕਨਕਲੂਜਨ ਦੇ ਵਿੱਚ ਆਪਣੀ ਪੋਜੀਸ਼ਨ ਦੇਣੀ ਹੈ, ਐਂਡ ਪੁਆਇੰਟ 1 ਐਂਡ ਪੁਆਇੰਟ 2 ਨੂੰ ਐਕਸਪਲੇਨ ਕਰਨਾ। ਹੁਣ ਤੱਕ ਆਪਾਂ ਕੀ ਦੇਖਿਆ ਕਿ ਪੋਜੀਸ਼ਨ ਦੇ ਵਿੱਚ ਇੰਟਰੋਡਕਸ਼ਨ ਦੇ ਵਿੱਚ ਜੋ ਪੋਜੀਸ਼ਨ ਦਿੱਤੀ ਉਹਦਾ ਮੇਨ ਬੋਡੀ ਪੈਰਾਗ੍ਰਾਫ 1 ਤੇ 2 ਦੇ ਨਾਲ ਕੰਸਿਸਟੈਂਟ ਹੋਣਾ ਜ਼ਰੂਰੀ ਹੈ। ਬਟ ਪੋਜੀਸ਼ਨ ਦਾ ਇੱਕ ਕਨਸੈਪਟ ਹੋਰ ਵੀ ਹੈ ਜੋ ਕਿ ਮੇਨ ਬੋਡੀ ਪੈਰਾਗ੍ਰਾਫ ਦੇ ਅੰਦਰ ਅਪਲਾਈ ਹੁੰਦਾ। ਲਾਈਕ ਆ ਮੰਨ ਲਓ ਤੁਹਾਡਾ ਇੱਕ ਬੋਡੀ ਪੈਰਾਗ੍ਰਾਫ ਹੈ, ਮੈਂ ਮੇਨ ਬੋਡੀ ਪੈਰਾਗ੍ਰਾਫ 1 ਦੀ ਗੱਲ ਕਰ ਰਿਹਾ, ਰਾਈਟ? ਤਾਂ ਜਦੋਂ ਵੀ ਤੁਸੀਂ ਮੇਨ ਬੋਡੀ ਪੈਰਾਗ੍ਰਾਫ 1 ਦੀ ਜਾਂ 2 ਦੀ ਫਸਟ ਲਾਈਨ ਲਿਖਦੇ ਹੋ, ਦੈਟ ਇਜ਼ ਯੋਰ ਟੌਪਿਕ ਸੈਂਟੈਂਸ, ਉਹਨੂੰ ਟੌਪਿਕ ਸੈਂਟੈਂਸ ਬੋਲਿਆ ਜਾਂਦਾ। ਟੌਪਿਕ ਸੈਂਟੈਂਸ ਇੱਕ ਐਸੀ ਚੀਜ਼ ਹੁੰਦੀ ਹੈ ਜਿਹਨੂੰ ਪੜ੍ਹ ਕੇ ਰੀਡਰ ਸਮਝ ਜਾਂਦਾ ਕਿ ਇਹ ਸਾਰਾ ਐਸੇ ਆ, ਇਹਦਾ ਸੈਂਟਰਲ ਟੌਪਿਕ ਕੀ ਹੋਣ ਵਾਲਾ, ਇਹ ਕਿਸ ਚੀਜ਼ ਦੇ ਬਾਰੇ ਹੋਣ ਵਾਲਾ। ਲਾਈਕ ਇਨ ਆਵਰ ਕੇਸ ਮੇਨ ਬੋਡੀ ਪੈਰਾਗ੍ਰਾਫ 1 ਵੀ ਆਰ ਰਾਈਟਿੰਗ ਅਬਾਊਟ ਦਾ ਫੇਵਰ ਆਫ ਰੋਬੋਟਸ, ਕਿ ਰੋਬੋਟਸ ਕਿਵੇਂ ਰਿਪਲੇਸ ਕਰਨਗੇ। ਤਾਂ ਜਦੋਂ ਹੀ ਆਪਾਂ ਟੌਪਿਕ ਸੈਂਟੈਂਸ ਲਿਖਿਆ, ਠੀਕ ਹੈ, ਰੋਬੋਟਸ ਦੇ ਬਾਰੇ, ਤਾਂ ਉਹਦੇ ਨਾਲ ਕੀ ਹੋਊਗਾ, ਰੀਡਰ ਆਪਣਾ ਮਨ ਬਣਾਏਗਾ ਕਿ ਹੁਣ ਜੋ ਵੀ ਆਈਡੀਆਸ ਇੱਥੇ ਆਉਣਗੇ, ਚਾਹੇ ਉਹ ਮੇਨ ਆਈਡੀਆ 1 ਹੈ ਚਾਹੇ ਉਹ ਮੇਨ ਆਈਡੀਆ 2 ਹੈ, ਇਹ ਦੋਨੋਂ ਕਿਹਦੇ ਨਾਲ ਜੁੜੇ ਹੋਣਗੇ, ਰੋਬੋਟਸ ਦੇ ਨਾਲ, ਕਿ ਰੋਬੋਟਸ ਕਿਵੇਂ ਬੈਟਰ ਨੇ ਟੀਚਰਸ ਨਾਲੋਂ। ਤਾਂ ਹੁਣ ਇੱਥੇ ਵੀ ਇੱਕ ਪੋਜੀਸ਼ਨ ਦਾ ਕਨਸੈਪਟ ਆਉਂਦਾ, ਜੋ ਤੁਸੀਂ ਇੱਥੇ ਟੌਪਿਕ ਸੈਂਟੈਂਸ ਦੇ ਵਿੱਚ ਪੋਜੀਸ਼ਨ ਲੈ ਲਈ ਕਿ ਮੇਰੇ ਐਸੇ ਦਾ ਸੈਂਟਰਲ ਟੌਪਿਕ ਕੀ ਹੋਣ ਵਾਲਾ, ਤਾਂ ਫਿਰ ਤੁਹਾਡੇ ਜਿਹੜੇ ਮੇਨ ਆਈਡੀਆਸ 1 ਐਂਡ 2 ਇਹ ਦੋਨੋਂ ਇਹਦੇ ਨਾਲ ਸਟਿਕ ਕਰਨੇ ਚਾਹੀਦੇ ਨੇ। ਇੱਕ ਤਾਂ ਕਨਸੈਪਟ ਇਹੀ ਹੈ ਕਿ ਇੰਟਰੋਡਕਸ਼ਨ ਦੇ ਵਿੱਚ ਜੋ ਪੋਜੀਸ਼ਨ ਹੈ ਉਹ ਤੁਹਾਡੀ ਥਰੂ ਆਊਟ ਮੇਨ ਬੋਡੀ ਪੈਰਾਗ੍ਰਾਫ 1 ਤੇ 2 ਦੇ ਨਾਲ ਕੰਸਿਸਟੈਂਟ ਹੋਣੀ ਚਾਹੀਦੀ ਹੈ, ਬਟ ਇਹ ਤੁਹਾਡੇ ਪੈਰਾਗ੍ਰਾਫ ਦੇ ਅੰਦਰ ਵੀ ਅਪਲਾਈ ਹੁੰਦਾ ਕਿ ਜੋ ਤੁਸੀਂ ਸਟਾਰਟਿੰਗ ਦੇ ਵਿੱਚ ਲਿਖਤਾ ਕਿ ਇਹ ਪੈਰਾਗ੍ਰਾਫ ਕਿਸ ਚੀਜ਼ ਦੇ ਬਾਰੇ ਹੋਣ ਵਾਲਾ, ਤੁਸੀਂ ਉਹਦੇ ਆਈਡੀਆਸ ਵੀ ਉਸ ਲਾਈਨ ਦੇ ਨਾਲ ਹੀ ਜੋੜ ਕੇ ਲਿਖੋਗੇ। ਇਹ ਨਹੀਂ ਕਰ ਸਕਦੇ ਕਿ ਪਹਿਲਾ ਪੁਆਇੰਟ ਲਿਖਿਆ ਕਿ ਹਾਂਜੀ ਰੋਬੋਟਸ ਇਹਨਾਂ ਕਾਰਨਾਂ ਕਰਕੇ ਟੀਚਰਸ ਨੂੰ ਰਿਪਲੇਸ ਕਰਨਗੇ, ਦੂਜੇ ਦੇ ਵਿੱਚ ਤੁਸੀਂ ਲਿਖਤਾ ਕਿ ਨਹੀਂ ਟੀਚਰਸ ਦੇ ਵਿੱਚ ਕੁਝ ਇਹ ਵਾਲੀਆਂ ਕੁਆਲਿਟੀਜ਼ ਹੁੰਦੀਆਂ ਨੇ ਜਿਨ੍ਹਾਂ ਕਰਕੇ ਉਹ ਰਿਪਲੇਸ ਨਹੀਂ ਕਰ ਪਾਉਣਗੇ। ਇਹ ਦੋਨੋਂ ਚੀਜ਼ਾਂ ਆਪਸ ਦੇ ਵਿੱਚ ਮੈਚ ਨਹੀਂ ਕਰਨਗੀਆਂ। ਇਹਦਾ ਮਤਲਬ ਕੀ ਹੈ, ਤੁਸੀਂ ਫਿਰ ਤੋਂ ਆਫ ਟੌਪਿਕ ਚਲੇ ਗਏ। ਤਾਂ ਔਨ ਟੌਪਿਕ ਤੇ ਆਫ ਟੌਪਿਕ ਨੂੰ ਜੋ ਦੱਸਦਾ ਉਸ ਕ੍ਰਾਈਟੇਰੀਆ ਨੂੰ ਆਪਾਂ ਟਾਸਕ ਅਚੀਵਮੈਂਟ ਕ੍ਰਾਈਟੇਰੀਆ ਬੋਲਦੇ ਹਾਂ, ਐਂਡ ਉਹਦਾ ਕੰਸੈਪਟ ਪੋਜੀਸ਼ਨ ਦੇ ਨਾਲ ਬਹੁਤ ਕਲੋਜ਼ਲੀ ਰਿਲੇਟਡ ਹੈ। ਤਾਂ ਹੁਣ ਤੱਕ ਆਪਾਂ ਦੋ ਚੀਜ਼ਾਂ ਸਮਝ ਲਈਆਂ ਨੇ। ਹੁਣ ਪੋਜੀਸ਼ਨ ਨੂੰ ਆਪਾਂ ਦੇਖਦੇ ਹਾਂ ਕਿ ਆਪਣੇ ਬੈਂਡ ਡਿਸਕ੍ਰਿਪਟਰਸ ਦੇ ਵਿੱਚ ਕਿੰਨੀ ਕੁ ਇੰਪੋਰਟੈਂਸ ਦਿੱਤੀ ਗਈ ਹੈ। ਸੋ ਲੈਟਸ ਸੀ ਔਨ ਦਾ ਨੈਕਸਟ ਸਲਾਈਡ। ਇਹ ਜੋ ਤੁਹਾਨੂੰ ਤਿੰਨ ਪਿਕਚਰਸ ਦਿਖ ਰਹੀਆਂ ਨੇ, these are from the band descriptors। ਜੋ ਬੱਚਾ 5 ਸਕੋਰ ਕਰ ਰਿਹਾ ਉਹ ਕਿਉਂ ਕਰ ਰਿਹਾ, 6 ਸਕੋਰ ਕਰ ਰਿਹਾ ਐਂਡ 7 ਕਰ ਰਿਹਾ, ਉਹਦਾ ਕੀ ਕਾਰਨ। ਸੋ ਲੈਟਸ ਸੀ ਦਾ ਫਿਫਥ ਵਨ।
एक्सप्रेसिज अ पोजीशन, उस बच्चे ने अपनी पोजीशन दी, मान लो इंट्रोडक्शन लिखी, ਉਹਦੇ ਵਿੱਚ पोजीशन प्रेजेंट है, एग्री या फिर डिसएग्री, राइट। बट प्रॉब्लम की है, डेवलपमेंट इज नॉट ऑलवेज क्लीयर, हमेशा ਤੁਹਾਡੀ ਡਿਵੈਲਪਮੈਂਟ ਕਲੀਅਰ ਨਹੀਂ ਹੈਗੀ। ਮੇ ਬੀ ਨੋ ਕਨਕਲੂਜਨਸ ਡਰਾਨ, ਤੁਹਾਡੇ ਜਿਹੜੇ ਮੇਨ ਬੋਡੀ ਪੈਰਾਗ੍ਰਾਫ 1 ਨੇ ਜਾਂ 2 ਨੇ ਉਹਨਾਂ ਦੇ ਵਿੱਚ ਜੋ ਵੀ ਡਿਵੈਲਪਮੈਂਟ ਕੀਤੀ ਗਈ ਹੈ ਪੋਜੀਸ਼ਨ ਦੀ ਉਹ ਕਲੀਅਰ ਨਹੀਂ ਹੈ। ਐਗਜ਼ਾਮੀਨਰ ਕਨਫਿਊਜ਼ ਹੋ ਰਿਹਾ ਪੜ੍ਹ ਕੇ ਕਿ ਇਹ ਪੈਰਾਗ੍ਰਾਫ ਕਿਸ ਚੀਜ਼ ਬਾਰੇ ਲਿਖਿਆ ਗਿਆ, ਰਾਈਟ। ਪ੍ਰੋਪਰਲੀ ਕਨਕਲੂਜਨ ਨਹੀਂ ਦਿੱਤੇ ਗਏ ਕਿ ਇਹ ਕਿਸ ਚੀਜ਼ ਬਾਰੇ ਲਿਖਿਆ ਗਿਆ ਸਾਰਾ ਕੁਝ। ਤਾਂ ਉਸ ਤਰ੍ਹਾਂ ਦੀ ਸਟੇਟ ਦੇ ਵਿੱਚ ਜਦੋਂ ਸਿਰਫ ਇਕੱਲੀ ਪੋਜੀਸ਼ਨ ਸਮਝ ਆਵੇ ਕਿ ਇਹ ਐਗਰੀ ਹੈ ਡਿਸਐਗਰੀ ਹੈ, ਅੱਗੇ ਜਾ ਕੇ ਉਹਨੂੰ ਫੋਲੋ ਨਾ ਕੀਤਾ ਜਾਵੇ, you will get only 5 bands. Then on the next it is 6 band, ਉਹਦੇ ਵਿੱਚ ਕੀ ਹੈ, presents a relevant position, ਤੁਹਾਡੀ position ਹੈ agree disagree, although the conclusions may become unclear or repetitive। ਇਹ ਇਹਦੇ ਨਾਲੋਂ ਬੈਟਰ ਹੈ ਕਿਉਂਕਿ ਤੁਹਾਡੀ ਇੰਟਰੋਡਕਸ਼ਨ ਹੈ ਮੇਨ ਬੋਡੀ ਪੈਰਾਗ੍ਰਾਫ 1 ਦੇ ਨਾਲ ਮੈਚ ਕਰਦੀ ਹੈ, 2 ਦੇ ਨਾਲ ਮੈਚ ਕਰਦੀ ਹੈ, ਬਟ ਤੁਹਾਡੇ ਜਿਹੜੇ ਬੋਡੀ ਪੈਰਾਗ੍ਰਾਫ ਆ ਇਹਨਾਂ ਦੇ ਵਿਚਕਾਰ ਜੋ ਮੈਂ ਤੁਹਾਨੂੰ ਹੁਣੀ ਲਾਸਟ ਸਲਾਈਡ ਦੇ ਉੱਪਰ ਸਮਝਾ ਕੇ ਹਟਿਆ ਕਿ ਹਰ ਇੱਕ ਪੈਰਾਗ੍ਰਾਫ ਦੇ ਅੰਦਰ ਇੱਕ ਟੌਪਿਕ ਸੈਂਟੈਂਸ ਹੁੰਦਾ, ਦੈਨ ਆਈਡੀਆ 1 ਆਈਡੀਆ 2 ਹੁੰਦਾ। ਇਹਨਾਂ ਦੇ ਵਿੱਚ ਅਗਰ ਕੰਸਿਸਟੈਂਸੀ ਨਹੀਂ ਹੈਗੀ, ਇਟ ਮੀਨਸ ਯੂ ਆਰ ਅਨਕਲੀਅਰ ਔਰ ਰੈਪੀਟੇਟਿਵ। ਲਾਸਟ ਹੈਗਾ 7, ਪ੍ਰੈਜ਼ੈਂਟਸ ਅ ਕਲੀਅਰ ਪੋਜੀਸ਼ਨ ਹੈ। ਜੋ ਇੰਪੋਰਟੈਂਟ ਚੀਜ਼ ਹੈ ਉਹ ਇਹ ਹੈ, ਥਰੂ ਆਊਟ ਦਾ ਰਿਸਪੌਂਸ ਸਾਰੇ ਐਸੇ ਦੇ ਵਿੱਚ ਤੁਹਾਡੀ ਪੋਜੀਸ਼ਨ ਇੱਕ ਦੂਸਰੇ ਨਾਲ ਮੈਚ ਕਰ ਰਹੀ ਹੈ। ਇੰਟਰੋਡਕਸ਼ਨ ਦੇ ਵਿੱਚ ਐਗਰੀ ਹੈ, ਮੇਨ ਬੋਡੀ ਪੈਰਾਗ੍ਰਾਫ 1 ਦੇ ਵਿੱਚ ਤੁਸੀਂ ਉਸ ਨਾਲ ਸਟਿਕ ਕਰ ਰਹੇ ਹੋ, ਹਾਂਜੀ ਐਗਰੀ ਕਰ ਰਹੇ ਹੋ ਇਸ ਚੀਜ਼ ਨਾਲ, ਦੈਨ ਤੁਸੀਂ ਬੋਡੀ ਪੈਰਾਗ੍ਰਾਫ ਦੇ ਅੰਦਰ ਵੀ ਜੋ ਵੀ ਆਈਡੀਆਜ਼ ਲਿਖ ਰਹੇ ਹੋ, ਆਈਡੀਆ 1 ਆਈਡੀਆ 2 ਔਰ ਐਗਜ਼ਾਮਪਲਸ, ਉਹ ਤੁਹਾਡੀਆਂ ਮੇਨ ਬੋਡੀ ਪੈਰਾਗ੍ਰਾਫ ਦੇ ਮੇਨ ਆਈਡੀਆ ਨਾਲ ਟੌਪਿਕ ਸੈਂਟੈਂਸ ਨਾਲ ਰਿਲੇਟਡ। ਅਗਰ ਇਹ ਚੀਜ਼ਾਂ ਕਰਦੇ ਹੋ ਤਾਂ ਤੁਹਾਡੇ 7 ਸਕੋਰ ਆਉਂਦੇ ਆ ਟਾਸਕ ਅਚੀਵਮੈਂਟ ਕ੍ਰਾਈਟੇਰੀਆ ਦੇ ਵਿੱਚੋਂ। ਇਹ ਜੋ ਤੁਸੀਂ 3 ਪਿਕਚਰਸ ਦੇਖ ਰਹੇ ਹੋ ਇਹ ਸਾਰੀਆਂ ਟਾਸਕ ਅਚੀਵਮੈਂਟ ਨਾਲ ਰਿਲੇਟਡ ਨੇ, ਰਾਈਟ। ਹੋਰ ਵੀ ਕਾਫੀ ਚੀਜ਼ਾਂ ਇਹਦੇ ਵਿੱਚ ਜਿਵੇਂ ਕਿ ਜੋ ਆਪਾਂ ਹਾਈਲਾਈਟ ਪਾਰਟ ਨਹੀਂ ਕਰੇ ਜਿਨ੍ਹਾਂ ਨੂੰ ਆਪਾਂ ਅੱਗੇ ਡਿਸਕਸ ਕਰਾਂਗੇ, ਬਟ ਪੋਜੀਸ਼ਨ ਦਾ ਜੋ ਕਨਸੈਪਟ ਆ ਇਟ ਇਜ਼ ਵੈਰੀ ਇੰਪੋਰਟੈਂਟ, ਸੋ ਟੇਕ ਇਟ ਸੀਰੀਅਸਲੀ। ਨਾਓ ਦ ਨੈਕਸਟ ਥਿੰਗ ਇਜ਼, just give me 1 second। Okay, let's move to the next part, the essay types। ਆਪਣੇ ਆਇਲਸ ਦੇ ਵਿੱਚ ਕਿਹੜੇ ਤਰ੍ਹਾਂ ਦੇ ਐਸੇਸ ਹੁੰਦੇ ਨੇ, ਠੀਕ ਹੈ, ਉਹਨਾਂ ਨੂੰ ਅਲੱਗ-ਅਲੱਗ ਐਸੇਸ ਨੂੰ ਡਿਸਕਸ ਕਰਨ ਦਾ ਕੀ ਤਰੀਕਾ ਹੁੰਦਾ, ਉਹਨਾਂ ਦੇ ਸਟਰਕਚਰ ਕੀ ਹੁੰਦੇ ਨੇ। So first of all, there are 4 different types of essays. First one is discussion essay, second is positive negative ਜਿਹਨੂੰ ਆਪਾਂ advantage disadvantage essay ਵੀ ਬੋਲ ਦਿੰਦੇ ਆ and positive negative ਵੀ ਬੋਲ ਦਿੰਦੇ ਆ। next is cause effect solution, ਕਦੇ-ਕਦੇ ਆਪਾਂ ਨੂੰ ਇਹ ਦੋਨੋਂ ਇਕੱਠੇ ਆਉਂਦੇ ਆ, ਕਦੇ cause solution ਇਕੱਠਾ ਆਉਂਦਾ, ਕਦੇ effect solution, right। then agree disagree essay, ਕਈ ਲੋਕ ਇਹਨਾਂ ਨੂੰ 5 to 6 ਟਾਈਪਸ ਦੇ ਬਣਾ ਦਿੰਦੇ ਆ, 7 ਟਾਈਪਸ ਦੇ ਬਣਾ ਦਿੰਦੇ ਆ, ਬਟ ਇਹ ਬੇਸਿਕਲੀ 4 ਟਾਈਪਸ ਹੀ ਨੇ ਇਹਨਾਂ ਦੀਆਂ, ਠੀਕ ਹੈ, ਇਹਨਾਂ ਦੇ ਵਿੱਚੋਂ ਹੀ ਬਣਦੇ ਆ। ਅਗਰ ਦੋ ਐਸੇਸ ਨੂੰ ਕੰਬਾਈਨ ਕਰ ਦਿੰਦੇ ਹੋ ਦੈਟ ਬਿਕਮਸ ਕੰਬਾਈਨਡ ਐਸੇ, ਇਹਨਾਂ ਦੇ ਵਿੱਚੋਂ ਹੀ ਸਾਰੇ ਐਸੇਸ। ਟੁਡੇ ਵੀ ਆਰ ਗੋਇੰਗ ਟੂ ਟਾਕ ਅਬਾਊਟ ਸਪੈਸੀਫਿਕਲੀ ਅਬਾਊਟ ਡਿਸਕਸ਼ਨ ਐਸੇ, ਇਹਦੇ ਬਾਰੇ ਸਟਰਕਚਰ ਦੇਖਾਂਗੇ ਆਪਾਂ। ਜੋ ਲਾਸਟ ਸਲਾਈਡਸ ਤੇ ਦੇਖਿਆ ਸਟਰਕਚਰ ਉਹ ਓਵਰਆਲ ਸਟਰਕਚਰ ਸੀਗਾ ਕਿ ਸਾਰੇ ਜੋ 99% ਐਸੇਸ ਨੇ ਕਿਸ ਤਰੀਕੇ ਨਾਲ ਹੁੰਦੇ ਆ, ਬਟ ਆਬਵੀਅਸਲੀ ਜੋ ਅਲੱਗ-ਅਲੱਗ ਐਸੇਸ ਨੇ ਆਪਣੇ ਪੋਜ਼ਿਟਿਵ ਨੈਗੇਟਿਵ ਕੌਜ਼ ਇਫੈਕਟ ਆ, ਇਹਨਾਂ ਸਾਰਿਆਂ ਦੇ ਵਿੱਚ ਕੁਝ ਐਕਸੈਪਸ਼ਨਸ ਹੁੰਦੀਆਂ ਨੇ, ਰਾਈਟ। ਇਹਨਾਂ ਨੂੰ ਅਲੱਗ-ਅਲੱਗ ਤਰੀਕੇ ਨਾਲ ਅਟੈਂਪਟ ਕਰਿਆ ਜਾਂਦਾ। ਸੋ ਡਿਸਕਸ਼ਨ ਐਸੇ ਦਾ ਸਟਰਕਚਰ ਦੇਖਾਂਗੇ ਐਂਡ ਸੈਕੰਡ ਵੁੱਡ ਬੀ ਇਟਸ ਟੈਂਪਲੇਟ। ਟੈਂਪਲੇਟ ਕੀ ਹੁੰਦੀ ਹੈ, ਕੁਝ ਮੈਮੋਰਾਈਜ਼ਡ ਪਾਰਟ ਹੁੰਦਾ ਹੈ ਜਿਹਨੂੰ ਆਪਾਂ ਅਗਰ ਯੂਜ਼ ਕਰਦੇ ਹਾਂ ਤਾਂ ਆਪਣਾ ਐਸੇ ਇੱਕ ਦੂਸਰੇ ਨਾਲ, ਹਰ ਇੱਕ ਪੈਰਾਗ੍ਰਾਫ ਇੱਕ ਦੂਸਰੇ ਪੈਰਾਗ੍ਰਾਫ ਦੇ ਨਾਲ ਟਾਈਟਲੀ ਕਨੈਕਟਡ ਰਹਿੰਦਾ, ਜਿਹਦੇ ਨਾਲ ਤੁਹਾਡਾ ਜਿਹੜੀ ਰਾਈਟਿੰਗ ਹੈ ਉਹ ਜ਼ਿਆਦਾ ਇਫੈਕਟਿਵ ਲੱਗਦੀ ਹੈ। ਰੀਡਰ ਨੂੰ ਕੋਈ ਕਨਫਿਊਜ਼ਨ ਨਹੀਂ ਹੁੰਦੀ ਤੁਹਾਡੇ ਐਸੇ ਨੂੰ ਸਮਝਣ ਲਈ, ਹਰੇਕ ਪੈਰਾਗ੍ਰਾਫ ਕੇਅਰਫੁਲੀ ਡਿਜ਼ਾਈਨ ਕੀਤਾ ਗਿਆ। ਓਕੇ, ਸੋ ਲੈਟਸ ਸੀ ਹਾਊ ਟੂ ਆਇਡੈਂਟੀਫਾਈ ਅ ਡਿਸਕਸ਼ਨ ਐਸੇ। ਸੋ ਵੀ ਆਰ ਹੈਵਿੰਗ ਵਨ ਟੌਪਿਕ ਹੇਅਰ। Its statement is, some people think that museums should be enjoyable places। ਕੁਝ ਲੋਕ ਸੋਚਦੇ ਨੇ ਜਿਹੜੇ ਮਿਊਜ਼ੀਅਮਸ ਨੇ they should be enjoyable places to entertain people। ਸੋ ਜਦੋਂ ਵੀ ਆਪਾਂ ਡਿਸਕਸ਼ਨ ਐਸੇ ਕਰਦੇ ਹਾਂ, ਰਾਈਟ, ਉਹਦੇ ਵਿੱਚ ਨਾ ਦੋ ਆਈਡੀਆਜ਼ ਜਾਂ ਫਿਰ ਦੋ ਵਿਊਜ਼ ਹੁੰਦੇ ਨੇ, ਵਿਊ 1 ਵਿਊ 2
and there is one instruction, and let's see it in this topic. So ਕੁਝ ਲੋਕ ਸੋਚਦੇ ਨੇ ਕਿ ਜੋ ਮਿਊਜ਼ੀਅਮਸ ਨੇ they should be enjoyable places to entertain people, ਤਾਂ ਜੋ ਕੁਝ ਲੋਕ ਹੈ ਉਹਨਾਂ ਦਾ ਇਹ view ਹੈ, so it is view 1, while others believe that the purpose of museums is to educate, this is view 2। ਕੁਝ ਲੋਕ ਸੋਚਦੇ ਨੇ ਕਿ ਜੋ ਮਿਊਜ਼ੀਅਮਸ ਨੇ ਉਹ entertainment ਲਈ ਹੋਣੇ ਚਾਹੀਦੇ ਨੇ, ਐਂਡ ਕੁਝ ਲੋਕ ਸੋਚਦੇ ਨੇ ਕਿ ਜੋ ਮਿਊਜ਼ੀਅਮਸ ਨੇ they should be for education, right? ਸੋ ਇਹ ਡਿਸਕਸ਼ਨ ਐਸੇ ਦੇ ਵਿੱਚ ਹਮੇਸ਼ਾ ਦੋ ਵਿਊਜ਼ ਹੁੰਦੇ ਨੇ, always there would be two views, no 3 no 4 and not even 1, ਕਦੇ ਵੀ ਇੱਕ ਵਿਊ ਨਹੀਂ ਹੋਊਗਾ, ਕਦੇ 3 4 ਨਹੀਂ ਹੋਣਗੇ, ਦੋ ਵਿਊਜ਼ ਦਿੱਤੇ ਗਏ ਹੋਣਗੇ, ਨਾਲ ਇੱਕ ਇਨਸਟਰਕਸ਼ਨ ਹੋਊਗੀ, and this is that instruction which I'm talking about, discuss both views and give your own opinion। ਤਾਂ ਇਸ ਦੇ ਬਾਰੇ ਆਪਾਂ ਗੱਲ ਕਰਦੇ ਹਾਂ ਕਿ ਜਦੋਂ ਆਪਾਂ ਡਿਸਕਸ਼ਨ ਐਸੇ ਦੇਖਦੇ ਹਾਂ ਆਪਾਂ ਹਮੇਸ਼ਾ ਦੋ ਵਿਊਜ਼ ਦੇਖਣੇ ਉਹਦੇ ਵਿੱਚ ਕਿ ਕਿਹੜੇ ਕਿਹੜੇ ਵਿਊਜ਼ ਆਉਂਦੇ ਨੇ, ਐਂਡ ਆਲਵੇਜ਼ ਮੇਕ ਦਾ ਹੈਬਿਟ ਦੈਟ ਯੂ ਸ਼ੁਡ ਆਲਵੇਜ਼ ਅੰਡਰਲਾਈਨ ਦਾ ਟੌਪਿਕਸ। ਹਮੇਸ਼ਾ ਤੁਸੀਂ ਜਦੋਂ ਦੇਖੋ ਟੌਪਿਕ ਨੂੰ ਕਿ ਇਹ ਵਿਊ 1 ਹੈ ਵਿਊ 2 ਆ, ਇਹਨਾਂ ਨੂੰ ਅੰਡਰਲਾਈਨ ਕਰੋ ਕਿਉਂਕਿ ਇਹ ਤੁਹਾਨੂੰ ਹੈਲਪ ਕਰਨਗੇ ਔਨ ਟੌਪਿਕ ਰਹਿਣ ਦੇ ਲਈ, ਠੀਕ ਹੈ। ਤਾਂ ਜਦੋਂ ਆਪਾਂ ਆਪਣੇ ਐਸੇ ਨੂੰ ਆਇਡੈਂਟੀਫਾਈ ਕਰ ਲੈਂਦੇ ਹਾਂ ਰਾਈਟ, ਤਾਂ ਉਹਦੇ ਨਾਲ ਆਪਣੀਆਂ 20 to 30% ਜਿਹੜੀਆਂ ਪ੍ਰੋਬਲਮਸ ਨੇ ਉਹ ਆਲਰੇਡੀ ਘਟ ਜਾਂਦੀਆਂ ਨੇ, ਕਿਉਂਕਿ ਆਪਾਂ ਨੂੰ ਪਤਾ ਲੱਗ ਜਾਂਦਾ ਕਿ ਹੁਣ ਇਹਦੇ ਵਿੱਚ ਕਿਹੜੀਆਂ ਸਟ੍ਰੈਟਜੀਜ਼ ਯੂਜ਼ ਹੋਣੀਆਂ, ਕਿਹੜਾ ਸਟਰਕਚਰ ਯੂਜ਼ ਹੋਊਗਾ, ਕਿਹੜੇ ਤਰੀਕੇ ਨਾਲ ਆਪਾਂ ਇਹਦੀ ਟੈਂਪਲੇਟ ਲਿਖਣੀ ਹੈ, ਰਾਈਟ। ਸੋ ਲੈਟਸ ਸੀ ਆਪਾਂ ਇਹਦੇ ਵਿੱਚ ਇੱਕ ਐਗਜ਼ਾਮਪਲ ਦੇਖਦੇ ਹਾਂ ਕਰਕੇ, ਲੈਟਸ ਸੀ ਹੇਅਰ। ਸੋ ਦਿਸ ਇਜ਼ ਦਾ ਸੈਕੰਡ ਐਗਜ਼ਾਮਪਲ, ਆਈ ਐਮ ਗਿਵਿੰਗ ਯੂ 30 ਸੈਕਿੰਡਸ, ਤੁਸੀਂ ਵੀ ਸੋਚ ਕੇ ਦੇਖੋ ਕਿ ਇਹਦੇ ਵਿੱਚ ਦੋ ਵਿਊਜ਼ ਆ ਉਹ ਕਿਹੜੇ ਹੋ ਸਕਦੇ ਨੇ, view 1 ਕਿਹੜਾ and view 2 ਕਿਹੜਾ, idea 1 and idea 2। I'm just reading the statement, you just guess the topic। So statement is, some people think that boys and girls should attend school together, others feel that they should be educated separately। So which part is needed to be underlined? Here it is। Question ਇਹ ਹੈ ਕਿ ਜਿਹੜੇ boys and girls ਨੇ they should attend school together, this is view 1, others feel that they should be educated separately, this is your view 2 and this is your statement। ਤਾਂ ਹਮੇਸ਼ਾ ਇਸੇ ਤਰੀਕੇ ਨਾਲ ਹੋਣਗੇ ਡਿਸਕਸ਼ਨ ਐਸੇ, ਕੋਈ ਹੋਰ ਤਰੀਕਾ ਨਹੀਂ ਹੈਗਾ ਇਹਨਾਂ ਦੇ ਆਉਣ ਦਾ। ਤਾਂ ਤੁਸੀਂ ਇਸ ਤਰੀਕੇ ਨਾਲ ਈਜ਼ੀਲੀ ਆਇਡੈਂਟੀਫਾਈ ਕਰ ਸਕਦੇ ਹੋ ਕਿ ਇਹ ਡਿਸਕਸ਼ਨ ਐਸੇ ਹੈ ਜਾਂ ਨਹੀਂ ਹੈ, ਰਾਈਟ। ਤਾਂ ਇਸ ਦੇ ਨਾਲ ਕੀ ਹੋਇਆ, ਆਪਾਂ ਇਸ ਚੀਜ਼ ਨੂੰ ਪਤਾ ਕਰ ਲਿਆ ਕਿ ਡਿਸਕਸ਼ਨ ਐਸੇ ਨੂੰ ਆਇਡੈਂਟੀਫਾਈ ਕਿਵੇਂ ਕਰਨਾ, ਰਾਈਟ। ਹੁਣ ਨੈਕਸਟ ਪਾਰਟ ਤੇ ਚੱਲਦੇ ਹਾਂ ਜਿਹੜਾ ਹੈ ਡਿਸਕਸ਼ਨ ਐਸੇ ਦਾ ਸਟਰਕਚਰ। ਦੇਖੋ ਜੋ ਸਟਰਕਚਰ ਆਪਾਂ ਪਹਿਲਾਂ ਕਰਿਆ ਸੀਗਾ ਉਹ ਸਾਰੇ ਐਸੇਸ ਤੇ ਅਪਲਾਈ ਹੁੰਦਾ, ਬਟ ਹਰ ਇੱਕ ਐਸੇ ਅਲੱਗ-ਅਲੱਗ ਹੁੰਦਾ। ਸੋ ਡਿਸਕਸ਼ਨ ਐਸੇ ਦਾ ਜੋ ਸਟਰਕਚਰ ਹੈ, ਲੈਟਸ ਸੀ ਦੈਟ। ਤੁਹਾਡੇ ਸਾਹਮਣੇ ਇੱਕ ਟੌਪਿਕ ਹੈ, some people think that children should be educated at home, others feel that school education is necessary। Let's see this, just wait for a while। So here is the right topic, structure of discussion essay। Some people think that boys and girls should attend school together। ਕੁਝ ਲੋਕ ਸੋਚਦੇ ਨੇ ਕਿ ਜੋ boys ਨੇ and girls ਉਹਨਾਂ ਨੂੰ ਸਕੂਲ ਜੋ ਹੈ ਇਕੱਠੇ ਅਟੈਂਡ ਕਰਨਾ ਚਾਹੀਦਾ, they should attend school together, view 1, and others feel that they should be educated separately, this is view 2। ਹੁਣ ਆਪਾਂ ਇਸੇ ਟੌਪਿਕ ਨੂੰ ਲੈ ਕੇ ਆਪਾਂ ਇਹਦਾ ਸਟਰਕਚਰ ਡਿਜ਼ਾਈਨ ਕਰਕੇ ਦੇਖਦੇ ਕਿ ਸਟਰਕਚਰ ਕਿਸ ਤਰੀਕੇ ਨਾਲ ਹੋਊਗਾ। ਆਪਾਂ ਲਾਸਟ ਸਲਾਈਡਸ ਦੇ ਵਿੱਚ ਰੀਡ ਕਰਿਆ ਜਾਂ ਪੜ੍ਹਿਆ ਕਿ ਸਭ ਤੋਂ ਪਹਿਲਾਂ ਕੀ ਚੀਜ਼ ਹੁੰਦੀ ਹੈ, ਇੰਟਰੋਡਕਸ਼ਨ। ਇਹਦੇ ਵਿੱਚ ਆਪਣਾ ਟੌਪਿਕ ਹੋਏਗਾ ਜੋ ਕਿ ਇਹ ਹੈ, ਇਹ ਆਪਣੇ ਸ਼ਬਦਾਂ ਦੇ ਵਿੱਚ ਆਪਾਂ ਸਿਨੋਨਿਮਸ ਦੇ ਵਿੱਚ ਜਾਂ ਇਹਨਾਂ ਨੂੰ ਗ੍ਰਾਮੈਟੀਕਲ ਸਟਰਕਚਰ ਚੇਂਜ ਕਰਕੇ ਆਪਾਂ ਲਿਖਾਂਗੇ ਪੈਰਾਫਰੇਜ਼ਿੰਗ ਯੂਜ਼ ਕਰਦੇ ਹੋਏ। ਸੈਕੰਡ ਥਿੰਗ ਹੋਊਗੀ ਆਪਣੀ ਪੋਜੀਸ਼ਨ। ਮੰਨ ਲਓ ਮੇਰੀ ਪੋਜੀਸ਼ਨ ਇਹ ਹੈ ਕਿ ਬੱਚੇ ਜੋ ਹੈ they should attend school together, so my position is they should attend school together। so position ਆਪਾਂ ਲਿਖਤੀ, ਐਂਡ ਜੋ ਇਹਦੇ ਵਿੱਚ ਚੇਂਜ ਹੈ ਉਹ ਇਹ ਹੈ, ਜੋ ਡਿਸਕਸ਼ਨ ਐਸੇ ਦੇ ਵਿੱਚ ਡਿਫਰੈਂਸ ਹੈ, ਮੇਨ ਬੋਡੀ ਪੈਰਾਗ੍ਰਾਫ 1 ਮੇਨ ਬੋਡੀ ਪੈਰਾਗ੍ਰਾਫ 2। ਦੇਖੋ ਇਹਦੇ ਵਿੱਚ ਵਿਊ 1 ਹੈ ਤਾਂ ਵਿਊ 2 ਹੈ, ਪੈਰਾਗ੍ਰਾਫ ਵੀ ਆਪਣੇ ਕੋਲ 1 ਹੈ ਤੇ 2 ਹੈ। ਮਤਲਬ ਇਹੀ ਹੈ ਕਿ ਦੋਨਾਂ ਦੇ ਵਿੱਚ ਇੱਕ ਇੱਕ ਵਿਊ ਨੂੰ ਆਪਾਂ ਡਿਸਕਸ ਕਰਨਾ। ਹੁਣ ਦੋਨੋਂ ਅਗਰ ਡਿਸਕਸ ਕਰਨੀ ਹੈ ਤਾਂ ਥੋੜੀ ਇਹਦੇ ਵਿੱਚ ਇੱਕ ਕਨਸੈਪਟ ਹੁੰਦੀ ਹੈ ਸਪੋਰਟਡ ਐਂਡ ਅਨਸਪੋਰਟਡ। ਮੰਨ ਲਓ ਮੈਂ ਸਪੋਰਟ ਕਰ ਰਿਹਾ ਕਿ ਦੇ ਸ਼ੁਡ ਅਟੈਂਡ ਸਕੂਲ ਟੂਗੇਦਰ, ਸੋ ਦਿਸ ਇਜ਼ ਮਾਈ ਸਪੋਰਟਡ ਸਾਈਡ। ਮੈਂ ਕਹਿ ਰਿਹਾ ਕਿ ਬੱਚੇ ਸਕੂਲ ਇਕੱਠੇ ਅਟੈਂਡ ਕਰਨ, ਸੋ ਦਿਸ ਇਜ਼ ਮਾਈ ਸਪੋਰਟਡ ਸਾਈਡ।
ਸੋ ਓਬਵੀਅਸਲੀ ਜੋ ਕਹਿ ਰਹੇ ਨੇ ਕਿ ਦੇ ਸ਼ੁੱਡ ਬੀ ਐਜੂਕੇਟਡ ਸੈਪਰੇਟਲੀ, ਇਹ ਬਣ ਜਾਏਗੀ ਆਪਣੀ ਅਨਸਪੋਰਟਡ ਸਾਈਡ। ਤਾਂ ਇਹਦੇ ਸਟਰਕਚਰ ਦੇ ਵਿੱਚ ਜੋ ਮੇਨ ਚੀਜ਼ ਆ ਉਹ ਇਹ ਹੈ ਕਿ ਜਦੋਂ ਆਪਾਂ ਮੇਨ ਬੋਡੀ ਪੈਰਾਗ੍ਰਾਫ 1 ਲਿਖਦੇ ਹਾਂ, ਇਹਦੇ ਵਿੱਚ ਆਪਾਂ ਹਮੇਸ਼ਾ ਅਨਸਪੋਰਟਡ ਸਾਈਡ ਪਹਿਲਾਂ ਲਿਖਦੇ ਹਾਂ ਕਿ ਜੋ ਲੋਕ ਸੋਚਦੇ ਨੇ that children should be educated separately, what are their reasons? One of the reason 1, one of the reason 2, right? Then main body paragraph 2 ਦੇ ਵਿੱਚ ਆਪਾਂ ਲਿਖਾਂਗੇ ਆਪਣੀ supported side, and what are our side, what is our side? That they should attend school together, and there would be two reasons. First reason, second reason ਕਿ ਆਪਾਂ ਕਿਉਂ ਸੋਚਦੇ ਹਾਂ ਕਿ ਬੱਚਿਆਂ ਨੂੰ ਇਕੱਠੇ ਪੜ੍ਹਾਇਆ ਜਾਣਾ ਚਾਹੀਦਾ। Then comes the conclusion, ਜਿਹਦੇ ਵਿੱਚ ਆਪਾਂ ਪਹਿਲਾਂ ਆਪਣੀ ਪੋਜੀਸ਼ਨ ਦਿੰਦੇ ਹਾਂ ਕਿ I believe that they should attend school together. This is our position. Then because our point 1 plus point 2, and point 1 and point 2 would come from here, ਜੋ ਆਪਣੀ ਸਪੋਰਟਡ ਸਾਈਡ ਦੇ ਵਿੱਚ ਆਪਾਂ ਲਿਖੇ ਹੋਣਗੇ ਕਿ ਇਹਨਾਂ ਦੋ ਪੁਆਇੰਟਸ ਦੇ ਕਰਕੇ ਮੈਂ ਸੋਚਦਾ ਕਿ ਬੱਚੇ ਜੋ ਹੈ ਉਹਨਾਂ ਨੂੰ ਇਕੱਠੇ ਪੜ੍ਹਾਇਆ ਜਾਣਾ ਚਾਹੀਦਾ। ਦੇयर ਕੁਡ ਬੀ ਐਨੀ ਨੰਬਰ ਆਫ ਰੀਜ਼ਨਸ, ਬਟ ਇਹ ਚੀਜ਼ ਆਪਣੀ ਮੇਨ ਹੈ ਕਿ ਆਪਾਂ ਇੱਥੇ ਆਪਾਂ ਪੋਜੀਸ਼ਨ ਰੱਖੀ, ਆਪਾਂ ਕਿਹਾ ਕਿ ਬੱਚਿਆਂ ਨੂੰ ਇਕੱਠੇ ਪੜ੍ਹਾਉਣਾ ਚਾਹੀਦਾ। ਫਿਰ ਆਪਾਂ ਅਨਸਪੋਰਟਡ ਸਾਈਡ ਰੱਖੀ ਉਹਨਾਂ ਦੀ ਕਿ ਜੋ ਲੋਕ ਸੋਚਦੇ ਨੇ ਕਿ ਐਜੂਕੇਸ਼ਨ ਜੋ ਹੈ ਸੈਪਰੇਟਲੀ ਕਰਨੀ ਚਾਹੀਦੀ, ਉਹਦਾ ਕੀ ਕਾਰਨ ਹੈ। ਦੈਨ ਆਪਣੀ ਸਪੋਰਟਡ ਸਾਈਡ ਆਈ ਕਿ ਅਸੀਂ ਬਟ ਸਾਡੀ ਪੋਜੀਸ਼ਨ ਦੇ ਨਾਲ ਸਟਿਕ ਆ, ਸਾਨੂੰ ਲੱਗਦਾ ਹੈ ਕਿ ਬੱਚੇ ਜੋ ਹੈ ਉਹਨਾਂ ਨੂੰ ਸਕੂਲ ਇਕੱਠੇ ਅਟੈਂਡ ਕਰਨਾ ਚਾਹੀਦਾ। ਦੈਨ ਆਪਣਾ ਪੁਆਇੰਟ 1 ਪੁਆਇੰਟ 2 ਐਂਡ ਕਨਕਲੂਜਨ ਦੇ ਵਿੱਚ ਆਪਾਂ ਦੱਸਦਾ ਕਿ ਪੋਜੀਸ਼ਨ ਕੀ ਹੈ ਆਪਣੀ ਐਂਡ ਪੁਆਇੰਟ 1 ਐਂਡ ਪੁਆਇੰਟ 2। ਦਿਸ ਇਜ਼ ਅਬਾਊਟ ਦ ਸਟਰਕਚਰ। ਇਹ ਡਿਸਕਸ਼ਨ ਐਸੇ ਦੇ ਵਿੱਚ ਫੋਲੋ ਹੋਊਗਾ। ਨਾਓ ਲੈਟਸ ਸੀ ਦਿਸ ਇਨ ਦ ਐਕਸ਼ਨ। ਆਪਾਂ ਨੈਕਸਟ ਪੇਜ ਦੇ ਉੱਪਰ ਇੱਕ ਟੌਪਿਕ ਕਰਦੇ ਹਾਂ ਐਂਡ ਉਸ ਟੌਪਿਕ ਦੇ ਅਕੋਰਡਿੰਗ ਆਪਾਂ ਇੱਕ ਟੈਂਪਲੇਟ ਬਣਾਵਾਂਗੇ, ਠੀਕ ਹੈ। And this concept of template is very important, so please follow it very carefully. It is completely tailored according to the band descriptors. ਜੋ band descriptors ਹੁੰਦੇ ਨੇ ਆਪਣੇ, ਜਿਨ੍ਹਾਂ ਨੂੰ ਦੇਖ ਕੇ ਤੁਹਾਡੇ ਐਸੇਸ ਚੈੱਕ ਹੁੰਦੇ ਆ, ਇਹ completely ਉਹਨਾਂ ਦੇ ਅਕੋਰਡਿੰਗ ਬਣਾਈ ਹੈਗੀਆਂ। even if you have to memorize certain part, you should, ਤੁਹਾਨੂੰ ਯਾਦ ਕਰਨੀਆਂ ਪੈ ਸਕਦੀਆਂ ਨੇ, ਬਟ ਇਹ ਤੁਹਾਡੇ ਐਸੇ ਨੂੰ ਬਹੁਤ ਵਧੀਆ ਬਣਾ ਦੇਣਗੇ, right? So let's see, this is our next slide and this is the topic. So first of all, let's read the topic. Some people think that children should be educated at home. कई लोग ये सोचते हैं। First of all, let's see the views. Some people think that children should be educated at home. जो बच्चे ने उन्हां नू घरे पढ़ाया जाना चाहिए। First view. Others feel that school education is necessary. दूसरा जो व्यू है वो ये सोचता है कि जो स्कूल एजुकेशन है वो नेसेसरी है, बच्चों को स्कूल भेजा जाना चाहिए। So there are two views, view 1, view 2, and there is one statement also, that is your instruction. So that means it is a discussion essay. Two views ने एक अपनी instruction requirement पूरी हो रही है discussion essay की। So let's see the template, that how would we do this. So now let me use the keyboard so that I can type the template. Just wait for a while. So here is the template. First of all, we will write the topic statement, like we will paraphrase it in our own words. So topic the according अपन में paraphrase करेंगे, but ਇਹਦੇ ਲਈ एक template है, that is opinions differ as to whether. Opinion मतलब लोगों की राय, ये differ करती है क्यों, किमें differ करती है दो लोगों की राय, blank और dash। तो दो लोगों की राय है, ठीक है, वो दोनों ਦੇ ਵਿੱਚ ਕੀ ਡਿਫਰੈਂਸ ਆ ਉਹ ਹੁਣ ਆਪਾਂ ਲਿਖਾਂਗੇ। ਉਹ ਕਿਵੇਂ, ਇੱਥੇ ਆਏਗਾ ਆਪਣਾ view 1 ਐਂਡ ਇਸ ਜਗ੍ਹਾ ਤੇ ਆਪਣਾ ਆਏਗਾ view 2। ਅਗਰ ਆਪਾਂ ਇਸ ਨੂੰ ਫੋਲੋ ਕਰਦੇ ਹਾਂ ਰਾਈਟ, ਤਾਂ ਆਪਾਂ ਜਿਹੜੀ ਪੈਰਾਫਰੇਜ਼ਿੰਗ ਵੀ ਕਰ ਦਿੰਦੇ ਹਾਂ ਐਂਡ ਆਪਣੀ ਜੋ ਸਟੇਟਮੈਂਟ ਹੈ, ਜੋ ਇੰਟਰੋਡਕਸ਼ਨ ਦੀ ਇੱਕ ਰਿਕੁਆਇਰਮੈਂਟ ਹੈ ਕਿ ਆਪਾਂ ਟੌਪਿਕ ਨੂੰ ਮੈਂਸ਼ਨ ਕਰਨਾ, that is also done. So let's see in this topic, this particular topic, ਆਪਾਂ ਜੋ ਆਪਣੇ template ਹੈ ਉਸਨੂੰ ਕਿਸ ਤਰੀਕੇ ਨਾਲ ਲਿਖ ਸਕਦੇ। So our first view is, some people think that children should be educated at home.
should be educated at home. This is our first view, right? And second view is others feel that school education is necessary. School education is necessary, right? So there are two views. On view 1 and view 2 दोनों ਨੂੰ ਆਪਾਂ ਲਿਖਾਂਗੇ ਇੱਥੇ simply. Opinions differ as to whether, let's just write here, children should be educated at home. Second view 2 आएगा, or at school. This is it. Your statement is done. Your topic is done. So opinions differ as to whether, ਦੋ ਜੋ ਲੋਕ ਨੇ ਜਾਂ ਕਾਫੀ ਤਰ੍ਹਾਂ ਦੇ ਜਿਹੜੇ ਲੋਕ ਨੇ ਉਹਨਾਂ ਦੇ ਵਿਚਕਾਰ ਜੋ ਡਿਫਰੈਂਸ ਆ ਉਹ ਇਹ ਹੈ ਕਿ ਜੋ ਬੱਚੇ ਨੇ ਦੇ ਸ਼ੁੱਡ ਬੀ ਐਜੂਕੇਟਡ ਐਟ ਹੋਮ ਔਰ ਦੇ ਸ਼ੁੱਡ ਬੀ ਐਜੂਕੇਟਡ ਐਟ ਸਕੂਲ। ਦੇਖੋ ਇਹਨਾਂ ਨੂੰ ਵਰਡਸ ਨੂੰ ਮੈਂ ਚੇਂਜ ਨਹੀਂ ਕੀਤਾ, ਬਿਲਕੁਲ ਸੇਮ ਲਿਖਿਆ, ਕਾਪੀ ਕਰਿਆ, ਇਹਦੇ ਮੈਨੂੰ ਮਾਰਕਸ ਨਹੀਂ ਮਿਲਣਗੇ। ਸੋ ਅਗਰ ਮੈਂ ਇਹਨੂੰ ਚੇਂਜ ਕਰਕੇ ਲਿਖੂੰਗਾ ਆਪਣੇ ਵਰਡਸ ਦੇ ਵਿੱਚ, ਚਾਹੇ ਮੈਂ ਇਹਦਾ ਗ੍ਰਾਮੈਟੀਕਲ ਸਟਰਕਚਰ ਚੇਂਜ ਕਰਾਂ, ਲਾਈਕ ਮੈਂ ਇਸ ਤਰੀਕੇ ਨਾਲ ਲਿਖ ਸਕਦਾ, opinions differ as to whether it is better to educate children at home or at school. So in this way ਆਪਾਂ ਇਹਦਾ ਇੱਕ ਸਟਰਕਚਰ ਚੇਂਜ ਕਰਤਾ, ਰਾਈਟ? ਆਪਾਂ ਇਹਨੂੰ ਆਪਣੀ ਵਰਡਿੰਗ ਦੇ ਵਿੱਚ ਲਿਖਤਾ। ਸੋ ਦਿਸ ਇਜ਼ ਇਟ। ਇਹਦੇ ਨਾਲ ਆਪਣੇ ਜੋ ਟੌਪਿਕ ਹੈ ਉਹ ਡਨ ਹੋ ਗਿਆ। ਨਾਓ ਦ ਨੈਕਸਟ ਪਾਰਟ ਇਜ਼ ਇੰਟਰੋਡਕਸ਼ਨ ਦੇ ਵਿੱਚ ਆਪਾਂ ਕੀ ਕਰਦੇ ਹੁੰਦੇ ਆ, ਆਪਣੀ ਪੋਜੀਸ਼ਨ ਲਿਖਦੇ ਹੁੰਦੇ ਆ। ਪਰਸਨਲੀ, just wait, personally I agree with the latter or former viewpoint. So what are these latter and former? देखो पोजीशन ਦੇ ਵਿੱਚ ਆਪਾਂ ਇੱਕ ਚੀਜ਼ ਦੱਸਦੇ ਹੁੰਦੇ ਆ ਕਿ ਅਸੀਂ ਕਿਹੜੀ ਸਾਈਡ ਹੈ, ਰਾਈਟ? ਹੁਣ ਜੋ ਫਾਰਮਰ ਹੈ, ਠੀਕ ਹੈ, ਫਾਰਮਰ ਦਾ ਮੀਨਿੰਗ ਕੀ ਹੈ? let me do some color coding. Let's just turn it into red and this one into green. And similarly farmer into red and letter into green. So now I think ਤੁਹਾਨੂੰ ਸਾਰਿਆਂ ਨੂੰ ਸਮਝ ਆ ਗਈ ਹੋਣੀ ਹੈ ਕਿ ਜੋ ਲੈਟਰ ਵਿਊ ਪੁਆਇੰਟ ਹੈ ਇਹਦਾ ਮਤਲਬ ਇਹ ਹੈ ਕਿ ਜੋ ਔਰ ਤੋਂ ਬਾਅਦ ਵਾਲਾ ਹਿੱਸਾ ਹੈ, ਜੋ ਅਗਰ ਆਪਣੀ ਪੋਜੀਸ਼ਨ ਔਰ ਤੋਂ ਬਾਅਦ ਵਾਲੇ ਹਿੱਸੇ ਨਾਲ ਹੈ, ਆਪਾਂ ਸੋਚ ਰਹੇ ਹਾਂ ਕਿ ਬੱਚਿਆਂ ਨੂੰ ਸਕੂਲ ਐਜੂਕੇਸ਼ਨ ਦੇਣੀ ਜ਼ਰੂਰੀ ਹੈ, ਤਾਂ ਇੱਥੇ ਲੈਟਰ ਆਏਗਾ। ਅਗਰ ਆਪਾਂ ਇਹ ਸੋਚ ਰਹੇ ਹਾਂ ਕਿ ਨਹੀਂ ਬੱਚਿਆਂ ਨੂੰ ਘਰੇ ਪੜ੍ਹਾਉਣਾ ਚਾਹੀਦਾ, ਉਹਨਾਂ ਨੂੰ ਘਰੇ ਐਜੂਕੇਸ਼ਨ ਦੇਣੀ ਚਾਹੀਦੀ ਹੈ, ਤਾਂ ਆਪਾਂ ਫਾਰਮਰ ਵਿਊ ਪੁਆਇੰਟ ਦੇ ਨਾਲ ਹੋਵਾਂਗੇ। ਪਰਸਨਲੀ ਮੈਂ ਜੋ ਹੈ ਮੈਂ ਸੈਕਿੰਡ ਪੋਜੀਸ਼ਨ ਦੇ ਨਾਲ ਐਗਰੀ ਕਰਦਾ, ਰਾਈਟ? ਪਰਸਨਲੀ ਆਈ ਐਗਰੀ ਵਿਦ ਦਾ ਲੈਟਰ ਵਿਊ ਪੁਆਇੰਟ, ਕਿਉਂਕਿ ਮੈਨੂੰ ਲੱਗਦਾ ਕਿ ਬੱਚਿਆਂ ਨੂੰ ਸਕੂਲ ਦੇ ਵਿੱਚ ਪੜ੍ਹਾਉਣਾ ਚਾਹੀਦਾ। ਸੋ ਆਈ ਐਮ ਜਸਟ ਕਟਿੰਗ ਫਾਰਮਰ, ਸੋ ਦਿਸ ਇਜ਼ ਮਾਈ ਪੋਜੀਸ਼ਨ। ਪਰਸਨਲੀ ਆਈ ਐਗਰੀ ਵਿਦ ਦਾ ਲੈਟਰ ਵਿਊ ਪੁਆਇੰਟ। ਲੈਟਰ ਦੇ ਸਪੈਲਿੰਗ ਗਲਤ ਨਹੀਂ ਲਿਖਣੇ, ਕਦੇ ਵੀ LETTER ਨਹੀਂ ਕਰਨਾ, ਰਾਈਟ? ਤਾਂ ਇਹਦੇ ਨਾਲ ਹੀ ਆਪਣਾ ਜਿਹੜੀ ਇੰਟਰੋਡਕਸ਼ਨ ਹੈ ਉਹ ਡਨ ਹੋਊਗੀ। ਜਸਟ 2 ਸੈਂਟੈਂਸਿਸ ਨੇ। ਅਗਰ ਆਪਾਂ ਕਾਊਂਟ ਕਰੀਏ ਵਰਡਸ, ਸੌਰੀ ਬਹੁਤ ਥੋੜੇ ਵਰਡਸ ਹੋਣਗੇ, ਆਈ ਕਾਂਟ ਕਾਊਂਟ ਦ ਵਰਡਸ ਇਨ ਦਿਸ ਪਾਵਰ ਪੁਆਇੰਟ। ਦੇ 1 2 3 4 5 6 7 8 9 10 11 12 13 14 15 16 17 18 19 20 21 22 23, ਜਸਟ 23 ਵਰਡਸ। ਤਾਂ ਆਪਾਂ ਆਪਣੇ 23 ਵਰਡਸ ਦੇ ਵਿੱਚ ਇੰਟਰੋਡਕਸ਼ਨ ਕੰਪਲੀਟ ਕਰਤੀ। ਆਪਣਾ ਜੋ ਮੇਨ ਮਕਸਦ ਸੀਗਾ, ਜੋ ਏਮ ਸੀ ਇੰਟਰੋਡਕਸ਼ਨ ਦਾ, ਦੈਟ ਇਜ਼ ਆਲਸੋ ਡਨ। ਐਂਡ ਆਪਾਂ ਇਹਨੂੰ ਘੱਟ ਸ਼ਬਦਾਂ ਦੇ ਵਿੱਚ ਲਿਖ ਵੀ ਲਿਆ। ਇਹਦੇ ਵਿੱਚ ਆਪਾਂ ਨੂੰ ਟਾਈਮ ਵੀ ਬਹੁਤ ਘੱਟ ਲੱਗੂਗਾ, ਰਾਈਟ? ਸੋ ਵਿਦ ਦਿਸ ਇੰਟਰੋਡਕਸ਼ਨ ਇਜ਼ ਡਨ। ਨਾਓ ਲੈਟਸ ਮੂਵ ਟੂ ਦ ਨੈਕਸਟ ਪਾਰਟ ਐਂਡ ਦੈਟ ਇਜ਼ ਯੂਅਰ ਮੇਨ ਬੋਡੀ ਪੈਰਾਗ੍ਰਾਫ ਨੰਬਰ 1। ਤਾਂ ਮੈਂ ਤੁਹਾਨੂੰ ਕੀ ਸਮਝਾਇਆ ਸੀਗਾ ਕਿ ਸਭ ਤੋਂ ਪਹਿਲਾਂ ਜਦੋਂ ਵੀ ਆਪਾਂ, ਲੈਟ ਮੀ ਕਾਪੀ ਦਿਸ, ਫਸਟ ਪੈਰਾਗ੍ਰਾਫ ਲਿਖਣਾ ਜਦੋਂ ਵੀ ਆਪਾਂ, ਰਾਈਟ? ਤਾਂ ਉਹਦੇ ਵਿੱਚ ਆਪਾਂ ਹਮੇਸ਼ਾ ਅਨਸਪੋਰਟਡ ਸਾਈਡ ਬਾਰੇ ਗੱਲ ਕਰਦੇ।
ਤਾਂ ਇਹਦੇ ਵਿੱਚ ਆਪਣੀ ਅਨਸਪੋਰਟਡ ਸਾਈਡ ਕਿਹੜੀ ਹੈ ਕਿ ਜੋ ਲੋਕ ਸੋਚਦੇ ਨੇ ਕਿ ਜੋ ਬੱਚੇ ਨੇ ਉਹਨਾਂ ਨੂੰ ਘਰੇ ਪੜ੍ਹਾਇਆ ਜਾਣਾ ਚਾਹੀਦਾ, ਉਹ ਬੈਟਰ ਹੈ, ਤਾਂ ਉਹ ਆਪਣੀ ਅਨਸਪੋਰਟਡ ਸਾਈਡ ਆ। ਤਾਂ ਪਹਿਲਾਂ ਮੈਂ ਉਹਨਾਂ ਬਾਰੇ ਗੱਲ ਕਰਨ ਜਾ ਰਿਹਾ। ਸੋ ਲੈਟਸ ਸੀ ਦਾ ਟੈਂਪਲੇਟ ਪਾਰਟ, ਦੋਜ਼ who argue dash have their reasons. This is it. ਤਾਂ ਇਹਨੂੰ ਸ਼ੁਰੂ ਕਰਨ ਦਾ ਜੋ ਆਪਣਾ ਤਰੀਕਾ ਹੋਊਗਾ ਮੇਨ ਬੋਡੀ ਪੈਰਾਗ੍ਰਾਫ 1 ਨੂੰ ਇਹ ਰਹੂਗਾ, ਦੋਜ਼ who argue dash have their reasons। ਹੁਣ ਉਹ ਡੈਸ਼ ਦੇ ਵਿੱਚ ਆਪਾਂ ਕੀ ਲਿਖਣੀ ਹੈ, unsupported side। and what is our unsupported side ਕਿ ਜੋ ਲੋਕ ਕਹਿ ਰਹੇ ਨੇ ਕਿ ਬੱਚਿਆਂ ਨੂੰ ਘਰੇ ਪੜਾਉਣਾ ਚਾਹੀਦਾ। so let's write that some people who think that, ਆਪਾਂ ਇੱਥੇ ਕੋਈ ਵੀ ਐਗਜ਼ਾਮਪਲ ਲੈ ਸਕਦੇ ਹਾਂ, that those who argue that children should be taught at home have their reasons। so this underline part ਇਹ ਹਮੇਸ਼ਾ ਚੇਂਜ ਹੋਊਗਾ, ਬਾਕੀ ਜੋ ਸਾਰਾ ਹਿੱਸਾ ਹੈ ਇਹ ਸੇਮ ਰਹੇਗਾ। ਉਸ ਤੋਂ ਬਾਅਦ ਫਸਟਲੀ ਲਿਖ ਕੇ ਫਸਟ ਪੁਆਇੰਟ ਲਿੰਕਿੰਗ ਵਰਡਸ ਯੂਜ਼ ਕਰਨਾ ਜ਼ਰੂਰੀ ਹੈ, ਬਿਕੋਜ਼ ਇਹ ਤੁਹਾਡੇ ਸੈਂਟੈਂਸਸ ਦੇ ਵਿਚਕਾਰ ਇੱਕ ਕੋਹਰੈਂਸ ਬਣਾਉਂਦਾ, ਉਹਨਾਂ ਨੂੰ ਆਪਸ ਦੇ ਵਿੱਚ ਸਟਿਕ ਕਰਕੇ ਰੱਖਦਾ, ਜੋੜ ਕੇ ਰੱਖਦਾ, ਰਾਈਟ। ਸੋ ਫਸਟਲੀ ਦੇ ਵਿੱਚ ਇਹਦੀ ਐਕਸਪਲੇਨੇਸ਼ਨ ਆਏਗੀ, 1 or 2 sentences ਲਿਖੋਗੇ ਇਹਦੇ ਨਾਲ ਤੁਸੀਂ। then comes your second point, that is secondly ਲਿਖੋਗੇ linking word, and 1 or 2 sentences would come here, or 3। up to end of paragraph there must be 5 to 6 sentences in a paragraph, ਠੀਕ ਹੈ। ਅਗਰ ਤੁਹਾਡੇ 5 to 6 sentences ਬਣ ਰਹੇ ਆ ਤਾਂ ਤੁਸੀਂ ਸੈਕੰਡਲੀ ਦੇ ਵਿੱਚ ਇੱਕ ਜਾਂ ਦੋ ਸੈਂਟੈਂਸ ਵੀ ਲਿਖ ਸਕਦੇ ਹੋ, ਫਸਟਲੀ ਦੇ ਵਿੱਚ ਵੀ ਇੱਕ ਅੱਧਾ ਕਟਵਾ ਸਕਦੇ ਹੋ, ਬਟ ਮੇਨ ਮਕਸਦ ਇਹ ਹੈ ਕਿ ਇਸ ਟੈਂਪਲੇਟ ਨੂੰ ਯੂਜ਼ ਕਰਨਾ ਤੇ ਇਹਨਾਂ ਲਿੰਕਿੰਗ ਵਰਡਸ ਨੂੰ ਯੂਜ਼ ਕਰਨਾ ਵਾ। those who argue children should be taught at home have their reasons। ਆਪਾਂ ਇੱਥੇ those who argue ਕਿਉਂ ਕਿਹਾ ਕਿਉਂਕਿ ਇਹ ਆਪਣੀ ਸਾਈਡ ਨਹੀਂ, ਇਹ ਦੂਸਰੇ ਲੋਕਾਂ ਦੀ ਸਾਈਡ ਹੈ। ਜਿਹੜੇ ਲੋਕ ਇਹ ਸੋਚਦੇ ਨੇ ਕਿ ਬੱਚਿਆਂ ਨੂੰ ਘਰੇ ਪੜਾਉਣਾ ਚਾਹੀਦਾ, ਉਹਨਾਂ ਦੇ ਆਪਣੇ ਕਾਰਨ ਨੇ। ਤਾਂ ਇੱਥੇ ਬੱਚੇ ਜ਼ਿਆਦਾਤਰ ਗਲਤੀ ਕਰਦੇ ਨੇ, ਉਹ ਕੀ ਕਰਦੇ ਨੇ, have their own reasons, ਇਸ ਤਰ੍ਹਾਂ ਦੀ ਗਲਤੀ ਕਰਦੇ ਆ। ਇਹ ਕਦੇ ਨਹੀਂ ਕਰਨਾ, ਟੈਂਪਲੇਟ ਨਾਲ ਬਿਲਕੁਲ ਵੀ ਛੇੜਛਾੜ ਨਹੀਂ ਕਰਨੀ, ਇਹ ਪ੍ਰੋਪਰ ਬਣਾਈ ਗਈ ਹੈ, ਤਾਂ ਇਸ ਨੂੰ ਲਿਖਣ ਦੀ ਕੋਈ ਜ਼ਰੂਰਤ ਨਹੀਂ। have their reasons, those who argue dash have their reasons, firstly, secondly, and this is it, this is your main body paragraph number 1, which is unsupported side। now let's move to the third point, that is your supported side। ਸਪੋਰਟਡ ਸਾਈਡ ਦੇ ਵਿੱਚ ਹੁਣ ਦੇਖੋਗੇ ਤੁਸੀਂ, ਤੁਹਾਨੂੰ ਹੁਣ ਪਤਾ ਲੱਗ ਜਾਏਗਾ ਕਿ ਆਪਾਂ ਇਹ ਸਾਰੀ ਜੋ ਟ੍ਰਾਂਜੀਸ਼ਨ ਹੈ ਇਸ ਤਰ੍ਹਾਂ ਕਿਉਂ ਕਰਦੇ ਆ, ਪਹਿਲਾਂ ਅਨਸਪੋਰਟਡ ਸਾਈਡ ਨੂੰ ਕਿਉਂ ਲਿਖਿਆ ਜਾਂਦਾ, ਰਾਈਟ। ਸੋ ਲੈਟਸ ਸੀ, we started from however I side with those who feel that dash full stop। however ਮੈਂ ਉਹਨਾਂ ਦੇ ਨਾਲ ਆ ਜਿਹੜੇ ਲੋਕ ਸੋਚਦੇ ਨੇ। ਹੁਣ ਇਹਦੇ ਵਿੱਚ ਕੀ ਆ, ਦੇਖੋ ਇਹ ਨਾ ਇੱਕ ਤਰ੍ਹਾਂ ਦਾ ਤਰੀਕਾ ਹੁੰਦਾ ਕਿ ਆਪਣੇ ਐਸੇ ਨੂੰ ਇੱਕ, ਜਦੋਂ ਵੀ ਆਪਾਂ ਕੋਈ ਐਸੇ ਰਾਈਟਿੰਗ ਕਰਦੇ ਨੇ ਇਹਦੇ ਵਿੱਚ ਇੱਕ ਕਨਵੈਨਸ਼ਨ ਹੁੰਦੀ ਹੈ ਕਿ ਪਹਿਲਾਂ ਜਿਹੜੀ ਚੀਜ਼ ਨਾਲ ਆਪਾਂ ਨੂੰ ਆਬਜੈਕਸ਼ਨ ਆ, ਜਿਹੜੀ ਚੀਜ਼ ਤੋਂ ਆਪਾਂ ਨੂੰ ਪ੍ਰੋਬਲਮ ਆ ਕਿ ਇਹ ਚੀਜ਼ ਨਹੀਂ ਹੋਣੀ ਚਾਹੀਦੀ, ਆਪਾਂ ਪਹਿਲਾਂ ਉਹਦੇ ਨਾਲ ਡੀਲ ਕਰਦੇ ਹਾਂ, ਦੈਨ ਆਪਣੀ ਚੀਜ਼ ਨੂੰ ਲਿਖਦੇ ਹਾਂ। ਤਾਂ ਅਗਰ ਤੁਸੀਂ ਇਸ ਤਰੀਕੇ ਨੂੰ ਫੋਲੋ ਕਰਦੇ ਹੋ ਤਾਂ ਤੁਹਾਡੀ ਜਿਹੜੀ ਟ੍ਰਾਂਜੀਸ਼ਨ ਆ ਬਹੁਤ ਬੈਟਰ ਹੋ ਜਾਂਦੀ ਹੈ, ਤੁਹਾਡਾ ਜਿਹੜਾ ਐਸੇ ਹੈ ਇੱਕ ਆਰਡਰ ਦੇ ਵਿੱਚ ਚੱਲਦਾ, ਰਾਈਟ। ਰੀਡਰ ਨੂੰ ਜਦੋਂ ਪੜ੍ਹਦਾ ਰੀਡਰ ਕਿਸੇ ਚੀਜ਼ ਨੂੰ, ਉਹਦਾ ਇੰਟਰਸਟ ਬਣਦਾ ਇਸ ਚੀਜ਼ ਨਾਲ, ਪਹਿਲਾਂ ਪੋਜੀਸ਼ਨ ਦਿੱਤੀ, ਦੈਨ ਦੂਸਰੇ ਲੋਕਾਂ ਬਾਰੇ ਦੱਸਿਆ ਕਿ ਉਹ ਲੋਕ ਕੀ ਸੋਚਦੇ ਨੇ। however I side with those, ਕੰਪਲੀਟਲੀ ਪਤਾ ਲੱਗ ਰਿਹਾ ਪਹਿਲੀ ਲਾਈਨ ਨੂੰ ਰੀਡ ਕਰਕੇ ਕਿ ਇੱਥੇ ਦੂਸਰੇ ਲੋਕਾਂ ਬਾਰੇ ਗੱਲ ਹੋ ਰਹੀ ਹੈ, ਇੱਥੇ ਮੇਰੀ ਤੇ ਉਹਨਾਂ ਲੋਕਾਂ ਬਾਰੇ ਗੱਲ ਹੋ ਰਹੀ ਹੈ ਜਿਹੜੇ ਸੋਚਦੇ ਨੇ। ਹੁਣ ਇੱਥੇ ਆਪਣੀ ਆਏਗੀ ਸਪੋਰਟਡ ਸਾਈਡ, ਐਂਡ what is that, let's see here। however I side with those who feel that school education is necessary। ਆਪਾਂ ਇੱਕ ਵਾਰ ਸੇਮ ਟੌਪਿਕ ਲਿਖ ਲੈਂਦੇ ਹਾਂ, ਆਪਣੇ ਵਰਡਸ ਨੂੰ ਚੇਂਜ ਕਰਕੇ ਲਿਖਣਾ, ਠੀਕ ਹੈ। however I side with those who feel that school education is necessary। ਉੱਪਰ ਆਪਾਂ ਫਸਟਲੀ ਸੈਕੰਡਲੀ ਯੂਜ਼ ਕਰਿਆ ਸੀਗਾ, ਇੱਥੇ ਆਪਾਂ ਯੂਜ਼ ਕਰਾਂਗੇ ਦੋ ਚੀਜ਼ਾਂ ਯੂਜ਼ ਕਰ ਸਕਦੇ ਹਾਂ, ਟੂ ਐਲੈਬੋਰੇਟ
these are linking words। फिर ਆਪਾਂ उसी तरीके ਨਾਲ एक या दो sentences लिखांगे ਇਹਦੀ explanation ਦੇ ਵਿੱਚ। ਸੈਕੰਡ ਫਿਰ ਆਪਾਂ ਕਰਾਂਗੇ in addition to this। ਜ਼ਿਆਦਾ ਲਿੰਕਿੰਗ ਵਰਡਸ ਵੀ ਯਾਦ ਕਰਨ ਦੀ ਜ਼ਰੂਰਤ ਨਹੀਂ, ਜਸਟ ਕਾਮਨ ਦੋ ਤਿੰਨ ਯਾਦ ਕਰ ਲਓ ਤਾਂ ਕਿ ਤੁਹਾਡੇ ਕੋਲ ਦੋਨੋਂ ਪੈਰਾਗ੍ਰਾਫਸ ਦੇ ਵਿੱਚ ਵੈਰਾਈਟੀ ਹੋਵੇ। ਸੋ ਇੱਥੇ ਅਕੋਰਡਿੰਗ ਟੂ ਦਾ ਪੈਰਾਗ੍ਰਾਫ ਲੈਂਥ ਤੁਸੀਂ 2 ਜਾਂ 3 ਸੈਂਟੈਂਸਸ ਰੱਖ ਸਕਦੇ ਹੋ। ਅਗਰ ਤੁਹਾਡਾ ਐਸੇ 100 ਵਰਡਸ ਤੱਕ ਪਹੁੰਚ ਚੁੱਕਿਆ ਜਾਂ 5 to 6 sentences ਤੱਕ ਪਹੁੰਚ ਚੁੱਕਿਆ, that is enough। So this is your third paragraph, and last one is your conclusion। Let's see that also। So conclusion ਦੇ ਵਿੱਚ as I told you earlier ਕਦੇ ਵੀ ਕੋਈ fancy word ਨਹੀਂ use ਕਰਨੇ, just simple linking word in conclusion। while there are reasons to believe that dash, ਇੱਥੇ ਆਪਣੀ unsupported side ਆਏਗੀ। let me complete it first। and while ਤੋਂ ਬਾਅਦ ਕਦੇ ਵੀ what ਨਹੀਂ ਲੱਗੇਗਾ, comma my own view is that, again dash, here comes supported side, then because ਇਹਨੂੰ ਆਪਾਂ summarize ਕਰਾਂਗੇ point 1 and point 2। now let's see here in conclusion while there are reasons to believe that, in conclusion ਕਿ ਆਪਾਂ ਮੰਨਦੇ ਹਾਂ ਕਿ ਇਸ ਚੀਜ਼ ਨੂੰ ਮੰਨਣ ਦੇ ਕਾਰਨ ਹੈਗੇ ਨੇ, ਕਿਹੜੀ ਚੀਜ਼, ਜੋ ਆਪਣੀ ਅਨਸਪੋਰਟਡ ਸਾਈਡ ਨੇ, that home education can be effective। ਆਪਾਂ ਇਸ ਤਰੀਕੇ ਨਾਲ ਲਿਖ ਸਕਦੇ ਹਾਂ that believe that home education can be effective, then comes comma my own view is that, अपनी supported side, that school education is ideal। ये अपनी school जो side है, अपनी supported side है। because point 1 and point 2, ਹੁਣ ਇੱਥੇ ਆਪਾਂ ਜੋ ਵੀ ਆਪਣੀ supported side ਦੇ ਵਿੱਚ ਇੱਥੇ to elaborate ਤੋਂ ਬਾਅਦ first and second point ਲਿਖਾਂਗੇ, ਉਹ ਆਪਣੇ ਇੱਥੇ ਮੈਂਸ਼ਨ ਹੋ ਜਾਣਗੇ। ਸੋ ਲੈਟਸ ਟੇਕ ਐਗਜ਼ਾਮਪਲ ਕਿ ਇਸ ਆਪਾਂ ਕਿਵੇਂ ਕਹਿ ਸਕਦੇ ਹਾਂ ਕਿ ਬੱਚਿਆਂ ਨੂੰ ਸਕੂਲ ਦੇ ਵਿੱਚ ਪੜ੍ਹਾਇਆ ਜਾਣਾ ਚਾਹੀਦਾ। ਆਪਾਂ ਕਹਿ ਸਕਦੇ ਹਾਂ ਬਿਕੋਜ਼ ਦੇ ਗੈਟ ਸੋਸ਼ਲ ਐਂਡ ਡਿਸਿਪਲਿਨਡ ਐਨਵਾਇਰਨਮੈਂਟ, ਬਿਕੋਜ਼ ਚਿਲਡਰਨ get social and disciplined environment। so this is our point, sorry, this is our point 1, this is our point 2। so in this way this is the whole template of your discussion essay type। ਅਗਰ ਤੁਸੀਂ ਇਹਨਾਂ ਨੂੰ ਫੋਲੋ ਕਰਦੇ ਹੋ ਤਾਂ ਤੁਹਾਨੂੰ ਅੱਧੀਆਂ ਚੀਜ਼ਾਂ ਤੁਹਾਡੀਆਂ ਆਸਾਨ ਹੋ ਜਾਂਦੀਆਂ, ਤੁਹਾਨੂੰ ਇਹ ਨਹੀਂ ਸੋਚਣਾ ਪੈਂਦਾ ਕਿ ਹੁਣ ਨੈਕਸਟ ਪੈਰਾਗ੍ਰਾਫ ਆ ਗਿਆ, ਹੁਣ ਇਹਨੂੰ ਸ਼ੁਰੂ ਕਿਸ ਤਰ੍ਹਾਂ ਕਰੀਏ। ਸੈਕੰਡਲੀ ਤੁਹਾਨੂੰ ਤੁਹਾਡਾ ਜਿਹੜਾ ਐਸੇ ਆ ਇਹਦਾ ਇੱਕ ਆਰਡਰ ਬਣਿਆ ਰਹਿੰਦਾ, ਤੁਹਾਡੇ ਰੀਡਰ ਦਾ ਇਹਦੇ ਵਿੱਚ ਇੰਟਰਸਟ ਬਣਦਾ, ਠੀਕ ਹੈ। ਅਗਰ ਇਹ ਥੋੜੇ ਥੋੜੇ ਪਾਰਟਸ ਤੁਸੀਂ ਅਗਰ ਮੈਮੋਰਾਈਜ਼ ਕਰ ਲੈਂਦੇ ਹੋ ਤਾਂ ਤੁਹਾਨੂੰ ਓਵਰਆਲ ਐਸੇ ਦੇ ਲਿਖਣ ਦੇ ਵਿੱਚ ਟਾਈਮ ਵੀ ਘੱਟ ਲੱਗੂਗਾ, ਤੁਹਾਡਾ ਜਿਹੜਾ ਟਾਈਮ ਵੇਸਟ ਘੱਟ ਹੋਊਗਾ ਐਂਡ ਇੱਕ ਵਧੀਆ ਤਰੀਕੇ ਨਾਲ ਐਸੇ ਲਿਖ ਸਕੋਗੇ। ਐਂਡ ਇਹ ਕੋਹਰੈਂਸ ਐਂਡ ਕੋਹੇਜ਼ਨ ਦੇ ਵਿੱਚ ਬਹੁਤ ਵਧੀਆ ਮਾਰਕਸ ਲੈ ਕੇ ਆਉਂਦਾ, ਬਿਕੋਜ਼ ਇਹ ਤੁਹਾਨੂੰ ਤੁਹਾਡੀ ਪੋਜੀਸ਼ਨ ਦੇ ਨਾਲ ਸਟਿਕ ਰੱਖਦਾ। ਦੇਖੋ ਪਰਸਨਲੀ ਆਈ ਐਗਰੀ ਵਿਦ ਦਾ ਲੈਟਰ ਵਿਊ ਪੁਆਇੰਟ, ਮੈਂ ਇਸ ਚੀਜ਼ ਨਾਲ ਸਹਿਮਤ ਹਾਂ ਕਿ ਬੱਚਿਆਂ ਨੂੰ ਸਕੂਲ 'ਚ ਪੜ੍ਹਾਇਆ ਜਾਣਾ ਚਾਹੀਦਾ, ਠੀਕ ਹੈ। ਹੁਣ ਪਹਿਲੀ ਜਿਹੜੀ ਪੋਜੀਸ਼ਨ ਆ ਉਹ ਇਹ ਦੱਸੀ ਹੈ ਕਿ ਜਿਹੜੇ ਲੋਕ ਇਹ ਸੋਚਦੇ ਨੇ ਕਿ ਉਹਨਾਂ ਨੂੰ ਸਕੂਲ 'ਚ ਨਹੀਂ ਪੜ੍ਹਾਇਆ ਜਾਣਾ ਚਾਹੀਦਾ, ਉਹ ਕਿਉਂ ਸੋਚਦੇ ਨੇ। ਮੇਰੀ ਪੋਜੀਸ਼ਨ ਕੀ ਹੈ, ਹਾਊਐਵਰ ਆਈ ਸਾਈਡ ਵਿਦ ਦੋਸ, ਮੇਰੀ ਪੋਜੀਸ਼ਨ ਇਹ ਹੈ ਕਿ ਬੱਚਿਆਂ ਨੂੰ ਸਕੂਲ 'ਚ ਪੜ੍ਹਾਇਆ ਜਾਣਾ ਚਾਹੀਦਾ। ਇਹ ਆਪਣੀ ਪੋਜੀਸ਼ਨ ਦੇ ਨਾਲ ਕੰਸਿਸਟੈਂਟ ਹੈ। ਐਂਡ ਦੈਨ ਆਪਾਂ ਆਪਣੇ ਕਨਕਲੂਜਨ ਦੇ ਵਿੱਚ ਵੀ ਉਹਨੂੰ ਚੀਜ਼ਾਂ ਮੈਂਸ਼ਨ ਕਰਤੀਆਂ ਕਿ ਵਾਈਲ ਦੇਰ ਆਰ ਰੀਜ਼ਨਸ ਟੂ ਬਲੀਵ, ਹਾਲਾਂਕਿ ਇਸ ਚੀਜ਼ ਦੇ ਕਾਰਨ ਹੈਗੇ ਨੇ ਕਿ ਜਿਹੜੀ ਹੋਮ ਐਜੂਕੇਸ਼ਨ ਇਫੈਕਟਿਵ ਆ, ਉਹ ਇੱਥੋਂ ਦੇਖੇ ਜਾ ਸਕਦੇ ਨੇ ਉਹ ਕੀ ਕਾਰਨ ਨੇ। ਮਾਈ ਓਨ ਵਿਊ ਇਜ਼ ਦੈਟ, ਮੇਰਾ ਜੋ ਵਿਊ ਹੈ ਉਹ ਇਹ ਹੈ ਕਿ ਜੋ ਸਕੂਲ ਐਜੂਕੇਸ਼ਨ ਆਈਡੀਅਲ ਹੈ। ਕਿਉਂ? ਕਿਉਂਕਿ ਇਹਦੇ ਵਿੱਚ ਮੈਂ 2 ਪੁਆਇੰਟਸ ਲਿਖੇ ਨੇ, children get social and disciplined environment। so this is all about the template। in this way you can score good। so these were the point which I need to discuss today। please follow the template carefully, it will help you to achieve your score।
So this is it. Thank you.